ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਗਗਨ ਦਮਾਮਾ ਬਾਜਿਓ। ਹਰਿਓ ਨੀਸਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ। ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ। ਕਬਹੂ ਨਾ ਛਾਡੈ ਖੇਤ ਜਾਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਨ ਨਾ ਕੀਜੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਬ ਨਾ ਦਾਤਾ ਰਸ ਨਹੀਂ ਮਾਤਾ ਬਿਨ ਗੁਰ ਸਬਦ ਜਾਤ ਦਾਤਾ। ਬਿਨ ਗੁਰ ਨਾ ਦਾਤਿਆ ਸਬਦ ਨਾ ਤਾਤਿਆ। ਅਵਨ ਨਾ ਸਾਥਿਆ ਸਤਿ ਨਾ ਪਰਮਿਆ। ਅਕਥ ਕਥਾ ਦੇ ਸਭ ਕਰ ਔ ਨਾਨਕ ਆਤਮ ਪ੍ਰਾਪਤ ਲਹੈ। ਅਕਥ ਕਥਾ ਦੇ ਸਭ ਕਰ ਔ ਨਾਨਕ ਆਤਮ ਰਾਮ ਲਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ
ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਦੇ ਨਾਲ ਪਾਵਨ ਹੋਈ ਧਰਤੀ ਸੁਲਤਾਨਪੁਰ ਸਾਹਿਬ ਦੀ ਨਗਰੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਤਿਗੁਰਾਂ ਦਾ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗੁਰਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਮਹਾਰਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ। ਗੁਰੂ ਕੀ ਸੰਗਤ ਜੀ, ਅੱਜ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਅਤੇ ਤਿੰਨਾਂ ਦੇ ਨਾਲ ਦੇ ਸਾਥੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ। ਸਿੱਖ ਕੌਮ ਦੇ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ, ਮਹਾਨ ਜਰਨੈਲ, ਮਹਾਨ ਸੂਰਬੀਰ ਬਹਾਦਰ ਬਾਬਾ ਬੰਦਾ ਸਿੰਘ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਜਨਮ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਰਜੌਰੀ ਪਿੰਡ ਦੇ ਅੰਦਰ ਪਿਤਾ ਸਤਿਕਾਰਯੋਗ ਬਾਬਾ ਰਾਮਦੇਵ ਜੀ ਰਾਜਪੂਤ ਘਰਾਣੇ ਦੇ ਅੰਦਰ ਬਿਕਰਮੀ ਸੰਮਤ 1727 ਈਸਵੀ ਸਨ 1670 ਨੂੰ ਹੋਇਆ। ਬਚਪਨ ਦੇ ਵਿੱਚ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲਛਮਣ ਦੇਵ ਰੱਖਿਆ। ਸਮੇਂ ਦੇ ਨਾਲ ਬਚਪਨ 'ਚ ਜਦੋਂ ਆਪ ਸ਼ਿਕਾਰ ਕਰਿਆ ਕਰਦੇ ਔਰ ਹਿਰਨੀ ਆਪ ਜੀ ਦੇ ਤੀਰਾਂ ਦੇ ਨਾਲ ਮਾਰੀ ਜਾਣੀ, ਗਰਭਵਤੀ ਹਿਰਨੀ, ਉਹਦੇ ਬੱਚੇ ਵੀ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰਨੇ, ਤਾਂ ਉਸ ਵੇਲੇ ਹਥਿਆਰ ਛੱਡ ਦੇਣੇ, ਬੜਾ ਵੈਰਾਗ ਹੋਣਾ ਤੇ ਵੈਸ਼ਨੂ ਸਾਧੂ ਦਾ ਮਿਲਾਪ ਹੋਣਾ, ਉਹਨਾਂ ਦੀ ਸੰਗਤ ਕਰਨੀ, ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਨੀ। ਤਾਂ ਫਿਰ ਆਪ ਜੀ ਦਾ ਨਾਮ ਮਾਧੋ ਦਾਸ ਬੈਰਾਗੀ ਹੋਇਆ। ਵੱਖ-ਵੱਖ ਥਾਵਾਂ ਤੇ ਵਿਚਰਦੇ ਹੋਏ ਤਾਂ ਫਿਰ ਆਪ ਗੋਦਾਵਰੀ ਦੇ ਕੰਢੇ ਤੇ ਗਏ, ਜਿਸ ਥਾਂ ਦੇ ਉੱਤੇ ਸਾਧ ਸੰਗਤ ਜੀ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਜਿਵੇਂ ਮੇਲ ਮਿਲਾਪ ਹੋਇਆ, ਮਹਾਰਾਜ ਸਾਹਿਬ ਜੀ ਨੇ ਆਪ ਜੀ ਨੂੰ ਖਾਲਸਾ ਪੰਥ ਦੇ ਜਰਨੈਲ ਥਾਪ ਕਰਕੇ ਜ਼ਾਲਮਾਂ ਨੂੰ ਸੋਧਾ ਲਾਉਣ ਵਾਸਤੇ ਭੇਜਿਆ। ਤਾਂ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਬਿਕਰਮੀ ਸੰਮਤ 1773 ਈਸਵੀ ਸਨ 1716 ਨੂੰ ਦਿੱਲੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਅੱਜ ਤੋਂ 306 ਸਾਲ ਪਹਿਲਾਂ 46 ਸਾਲ ਦੀ ਉਮਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 46 ਸਾਲ ਦੀ ਉਮਰ ਸੀ ਜਦੋਂ ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਉਸ ਮਹਾਨ
ਜਰਨੈਲ ਨੂੰ, ਮਹਾਨ ਸੂਰਬੀਰ ਬਹਾਦਰ ਨੂੰ ਔਰ ਖਾਲਸਾ ਪੰਥ ਦੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਨੂੰ, ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਹੈ। ਜਿੱਥੇ ਆਪਾਂ ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਦੀ ਵਿਚਾਰ ਸਾਂਝੀ ਕਰਨੀ ਹੈ, ਉੱਥੇ ਨਾਲ ਨਾਲ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਿੱਚੋਂ ਔਰ ਬਾਬਾ ਜੀ ਦੀ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਹੋਇਆਂ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਕਰਨਾ ਹੈ। ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਾਧ ਸੰਗਤ ਜੀ, ਜੋ 945 ਅੰਗ ਤੇ 62ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ, ਜਿਸ ਵਿੱਚ ਸਿੱਧਾਂ ਦੇ ਸਵਾਲ ਹਨ ਔਰ ਗੁਰੂ ਸਾਹਿਬ ਜੀ ਦੇ ਜਵਾਬ ਹਨ। ਇਹ ਸਾਰੀ ਬਾਣੀ ਸਿੱਧ ਗੋਸ਼ਟ ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਆ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਔਰ 73 ਪੌੜੀਆਂ ਵਾਲੀ ਇਹ ਬਾਣੀ ਹੈ, ਜਿਸ ਦੀਆਂ 61 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। 62ਵੀਂ ਪੌੜੀ ਆਰੰਭ ਹੋ ਰਹੀ ਹੈ। ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਸਰਵਣ ਕਰੀਏ ਜੀ। ਸਿੱਧਾਂ ਨੇ ਸਵਾਲ ਕੀਤਾ ਕਿ ਮਹਾਰਾਜ, ਇਹ ਮਨ ਹਿਰਦਾ ਪ੍ਰਭੂ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ, ਤੇ ਸਾਡੇ ਮਨ ਨੂੰ ਪਰਮੇਸ਼ਰ ਵਾਹਿਗੁਰੂ ਜੀ ਦਾ ਰੰਗ ਕਿਵੇਂ ਲੱਗੇ? ਪ੍ਰਭੂ ਦੇ ਰੰਗ ਵਿੱਚ ਸਾਡਾ ਮਨ ਕਿਵੇਂ ਰੰਗਿਆ ਜਾਵੇ? ਸਾਡਾ ਹਿਰਦਾ ਕਿਵੇਂ ਰੰਗਿਆ ਜਾਵੇ? ਇਹ ਰੰਗ ਦੇ ਵਿੱਚ, ਪ੍ਰੇਮ ਵਿੱਚ ਰੰਗਿਆ ਨਹੀਂ ਗਿਆ ਹੈ। ਤੇ ਜੋ ਆਤਮ ਰਸ ਹੈ, ਪ੍ਰਭੂ ਦਾ ਨਾਮ ਰਸ ਹੈ, ਉਸ ਰਸ ਦੇ ਵਿੱਚ ਸਾਡਾ ਅੰਦਰ ਮਸਤ ਨਹੀਂ ਹੋਇਆ, ਸਾਡਾ ਜੀਉ ਮਸਤ ਨਹੀਂ ਹੋਇਆ ਹੈ ਪ੍ਰਭੂ ਰੰਗ ਦੇ ਵਿੱਚ, ਪ੍ਰਭੂ ਦੇ ਪ੍ਰੇਮ ਦੇ ਵਿੱਚ। ਤੇ ਸਾਡਾ ਹਿਰਦਾ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਕਿਵੇਂ ਮਸਤ ਹੋਵੇ? ਬਿਨਾਂ ਗੁਰੂ ਕੇ ਸ਼ਬਦ ਤੋਂ, ਉਪਦੇਸ਼ ਤੋਂ, ਜੋ ਇਹ ਸਾਡਾ ਅੰਦਰ ਜਲਦਾ ਬਲਦਾ ਹੈ, ਤਾਤਾ ਤੱਤਾ ਹੋਇਆ ਹੈ, ਸੜਦਾ ਭੁੱਜਦਾ ਹੈ, ਤੱਤਾ ਹੋਇਆ ਪਿਆ ਹੈ, ਤੇ ਇਹ ਠੰਡਾ ਕਿਵੇਂ ਹੋਵੇ? ਸੜਦਾ ਬਲਦਾ ਤੱਤਾ ਹੋਇਆ ਪਿਆ ਹੈ। ਇਹ ਤ੍ਰਿਸ਼ਨਾ ਦੀ ਅੱਗ ਦੇ ਨਾਲ, ਵਿਕਾਰਾਂ ਦੀ ਅੱਗ ਦੇ ਨਾਲ, ਕ੍ਰੋਧ ਦੀ ਅੱਗ ਦੇ ਨਾਲ, ਈਰਖਾ ਦੀ ਅੱਗ ਦੇ ਨਾਲ ਸੜਦਾ ਬਲਦਾ ਤੱਤਾ ਹੋਇਆ ਪਿਆ ਹੈ। ਤੇ ਅੰਦਰ ਠੰਡ ਕਿਵੇਂ ਪਵੇ? ਅੰਦਰ ਠੰਡਾ ਕਿਵੇਂ ਹੋਵੇ? ਇਹ ਮਹਾਰਾਜ, ਫਿਰ ਇਹ ਬਿੰਦ ਨੂੰ ਨਹੀਂ ਅਸੀਂ ਰੱਖਿਆ ਹੈ, ਬਿੰਦ ਨਹੀਂ ਰੱਖਿਆ ਜਾ ਰਿਹਾ ਹੈ, ਭਾਵ ਜਤੀ ਨਹੀਂ ਬਣਿਆ ਜਾ ਰਿਹਾ ਹੈ। ਇਹ ਜਤ ਕਿਵੇਂ ਕਾਇਮ ਰਵੇ? ਬਿੰਦ ਕਿਵੇਂ ਕਾਇਮ ਰਵੇ? ਬੀਰਜ ਨੂੰ ਕਿਵੇਂ ਕਾਇਮ ਰੱਖ ਸਕੀਏ? ਤੇ ਸ਼ਬਦ ਦਾ ਉਚਾਰਨ ਨਹੀਂ ਕੀਤਾ ਜਾਂਦਾ ਹੈ, ਸ਼ਬਦ ਨਹੀਂ ਭਾਖਿਆ, ਨਹੀਂ ਉਚਾਰਿਆ। ਸ਼ਬਦ ਦਾ ਉਚਾਰਨ ਕਿਵੇਂ ਕੀਤਾ ਜਾਵੇ? ਫਿਰ ਮਹਾਰਾਜ, ਪਵਨ ਸਵਾਸ ਨਹੀਂ ਸਾਧੇ ਗਏ ਹਨ, ਸਵਾਸਾਂ ਨੂੰ ਕਿਵੇਂ ਸਾਧਿਆ ਜਾਵੇ? ਤੇ ਸੱਚ ਦੀ ਆਰਾਧਨਾ ਨਹੀਂ ਕੀਤੀ ਹੈ, ਤੇ ਸੱਚ ਦੀ ਆਰਾਧਨਾ ਕਿਵੇਂ ਕੀਤੀ ਜਾਵੇ? ਇਹ ਜਿੰਨੇ ਸਵਾਲ ਇਸ ਪੌੜੀ ਵਿੱਚ ਇੱਕ ਸਿੱਧਾ ਨੇ ਕੀਤੇ ਨਾ, ਉਹਨਾਂ ਦਾ ਸਮੁੱਚਾ ਉੱਤਰ ਤੇ 2 ਤੁਕਾਂ ਵਿੱਚ ਮਹਾਰਾਜ ਪਹਿਲਾਂ ਦਿੰਦੇ, ਫਿਰ ਅਗਲੀ ਪੌੜੀ ਵਿੱਚ ਇਕੱਲੇ ਸਵਾਲ ਦਾ ਜਵਾਬ ਵੀ ਦਿੰਦੇ। ਸਤਿਗੁਰੂ ਕਹਿੰਦੇ ਆ, ਭਾਈ ਸਮੁੱਚਾ ਉੱਤਰ ਤੇ ਇਹ ਹੈ, ਸਾਰੇ ਸਵਾਲਾਂ ਦਾ ਜਵਾਬ ਇਹ ਹੈ, ਸਾਰੇ ਮਸਲਿਆਂ ਦਾ ਹੱਲ ਇਹ ਹੈ, ਜੋ ਅਕਥ ਪਰਮੇਸ਼ਰ ਹੈ, ਜਿਸ ਦੀ ਕਥਾ ਸਾਰੀ ਕਥਨ ਹੀ ਨਹੀਂ ਕੀਤੀ ਜਾ ਸਕਦੀ। ਉਹ ਕਥਨ ਤੋਂ ਪਰੇ ਹੈ, ਉਹਦੀ ਕਥਾ ਸਾਰੀ ਹੋ ਨਹੀਂ ਸਕਦੀ, ਕਥਾ ਕੀਤੀ ਨਹੀਂ ਜਾ ਸਕਦੀ। ਜਿੰਨੀ ਉਹਦੀ ਕਥਾ ਕਥੀਏ, ਕਥਾ ਕਰੀਏ, ਓਨੀ ਕਥਾ ਉਸਦੀ ਬੇਅੰਤ ਹੈ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਹੀ ਉੱਚਾ ਥਾ, ਉੱਚੇ ਉੱਪਰ ਹੀ ਉੱਚਾ ਨਾਉ, ਐਸਾ ਉਹ ਪਰਮੇਸ਼ਰ ਹੈ। ਕਥਨਾ ਕਥੀ ਨਾ ਆਵੇ ਤੋਟ, ਕਥਾ ਕਥਨ ਦੇ ਨਾਲ ਉਹਦੀ ਕਥਾ ਦਾ ਤੋਟ ਅੰਤ ਨਹੀਂ ਆਉਂਦਾ ਹੈ, ਕਥਾ ਸਮਾਪਤ ਨਹੀਂ ਹੁੰਦੀ ਹੈ। ਕਥ ਕਥ ਕਥੀ
ਕੋਟੀ ਕੋਟ ਕੋਟ ਕਰੋੜਾਂ ਨੇ ਕਥਿਆ, ਕਰੋੜਾਂ ਕਥਾ ਕਰ ਰਹੇ, ਕਰੋੜਾਂ ਕਥਨਗੇ, ਪਰ ਉਹ ਫਿਰ ਵੀ ਪਰਮੇਸ਼ਰ ਦੀ ਕਥਾ ਜੋ ਹੈ ਉਹ ਅਕਥ ਹੀ ਹੈ। ਅਕਥ ਕਥਾ ਲੈ, ਉਸ ਅਕਥ ਦੀ ਕਥਾ ਨੂੰ ਪ੍ਰਾਪਤ ਕਰਕੇ ਲੈ ਕਰਕੇ ਸਮ ਕਰ ਰਹਿ ਤੇ ਸਮ ਕਰਕੇ ਰਹਿਣਾ ਕਰੇ। ਸਮ ਬਰਾਬਰ ਰੱਖੇ ਆਪਣੀ ਬਿਰਤੀ ਨੂੰ, ਹਰਖ ਸੋਗ ਦੇ ਵਿੱਚ, ਖੁਸ਼ੀ ਗਮੀ ਦੇ ਵਿੱਚ, ਉਸਤਤੀ ਨਿੰਦਿਆ ਦੇ ਵਿੱਚ, ਲਾਭ ਹਾਨੀ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਸਮ ਕਰਕੇ ਰਹਿਣਾ ਕਰੇ, ਬਰਾਬਰ ਰਵੇ। ਬਰਾਬਰ ਕਿਵੇਂ ਰਹਿ ਸਕਦਾ ਹੈ? ਮਹਾਰਾਜ ਕਹਿੰਦੇ ਜਦੋਂ ਅਕਥ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਪ੍ਰਭੂ ਦੀ ਆਗਿਆ ਨੂੰ ਆਪਣੇ ਹਿਰਦੇ ਵਿੱਚ ਵਸਾਵੇ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਜਦੋਂ ਹਿਰਦਿਓਂ ਪ੍ਰਭੂ ਦੀ ਆਗਿਆ ਪਿਆਰੀ ਲੱਗੇਗੀ, ਅੰਦਰੋਂ ਹਿਤ ਕਰੇਗਾ ਵਾਹਿਗੁਰੂ ਦੀ ਆਗਿਆ ਦੇ ਨਾਲ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਫਿਰ ਜਿਉਂਦਿਆਂ ਮੁਕਤ ਹੋਵੇਗਾ। ਫਿਰ ਇਹ ਜਿੰਨੇ ਬੰਧਨ ਆ ਨਾ, ਪਿੱਛੇ ਜਿੰਨੇ ਸਵਾਲ ਤੁਸੀਂ ਦੱਸੇ ਸਾਰੇ ਬੰਧਨ ਹੀ ਹਨ। ਇਹਨਾਂ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ। ਇਸ ਕਰਕੇ ਪਰਮੇਸ਼ਰ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਜਾਂਦਾ, ਆਤਮਿਕ ਰਸ ਦੇ ਵਿੱਚ ਮਸਤ ਨਹੀਂ ਹੁੰਦਾ। ਸ਼ਬਦ ਤੋਂ ਬਿਨਾਂ ਉਹ ਕਰਕੇ ਜਲਦਾ ਬਲਦਾ ਤੱਤਾ ਹੋਇਆ ਰਹਿੰਦਾ ਹੈ। ਜਤੀ ਨਹੀਂ ਬਣਿਆ ਜਾਂਦਾ, ਬਿੰਦ ਨਹੀਂ ਰੱਖਿਆ ਜਾਂਦਾ ਹੈ, ਸ਼ਬਦ ਦਾ ਉਚਾਰਨ ਨਹੀਂ ਕੀਤਾ ਜਾਂਦਾ, ਸਵਾਸਾਂ ਦੀ ਕਿਰਿਆ ਨਹੀਂ ਸਾਧੀ ਜਾਂਦੀ, ਸੱਚ ਦੀ ਆਰਾਧਨਾ ਨਹੀਂ ਕੀਤੀ ਜਾਂਦੀ। ਇਸ ਕਰਕੇ ਸਾਰੇ ਬੰਧਨ ਫਿਰ ਟੁੱਟ ਜਾਂਦੇ ਹਨ ਜਦੋਂ ਪ੍ਰਭੂ ਦੀ ਆਗਿਆ ਮਹਾਰਾਜ ਕਹਿੰਦੇ ਮਿੱਠੀ ਪਿਆਰੀ ਲੱਗਣ ਲੱਗ ਪਵੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਜਿਵੇਂ ਪੰਜਵੇਂ ਸਰੂਪ ਚ ਆਖਿਆ। ਮਹਾਰਾਜ ਸਾਹਿਬ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਉਹ ਫਿਰ ਜੀਵਨ ਮੁਕਤ ਹੋ ਜਾਂਦਾ। ਅਕਥ ਦੀ ਕਥਾ ਨੂੰ ਲੈ ਪ੍ਰਾਪਤ ਕਰਕੇ ਸਮ ਕਰ ਰਹੇ, ਸਮ ਬਰਾਬਰ ਕਰਕੇ ਰਹਿਣਾ ਕਰੇ। ਉਸਤਤੀ ਨਿੰਦਿਆ ਦੇ ਵਿੱਚ, ਹਰਖ ਸੋਗ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਬਿਰਤੀ ਨੂੰ ਸਮ ਰੱਖਣਾ ਕਰੇ। ਜਗਤ ਗੁਰੂ ਜੀ ਕਹਿੰਦੇ ਹੈ ਸਿੱਧੋ ਤਾਂ ਫਿਰ ਆਤਮ ਰਾਮ ਨੂੰ ਪ੍ਰਾਪਤ ਕਰ ਲਵੇਗਾ, ਲਹਿ ਜਾਣ ਲਵੇਗਾ ਵੀ ਜੋ ਰਾਮ ਹੈ ਨਾ ਸਰਬ ਵਿਆਪਕ ਪਰਮੇਸ਼ਰ, ਉਹੀ ਆਤਮ ਰੂਪ ਹੋ ਕਰਕੇ ਸਾਰੇ ਪਾਸੇ ਵਿਆਪਕ ਹੋ ਰਿਹਾ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਫਿਰ ਉਸ ਆਤਮ ਰੂਪ ਰਾਮ ਨੂੰ, ਜੋ ਰਾਮ ਆਤਮ ਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ, ਅੰਦਰ ਵਸਿਆ ਹੋਇਆ ਹੈ, ਉਸ ਦੀ ਪ੍ਰਾਪਤੀ ਹੋ ਜਾਵੇਗੀ। ਹੁਣ ਕੱਲੇ ਕੱਲੇ ਸਵਾਲ ਦਾ ਉੱਤਰ ਦਿੰਦੇ। ਸਿੱਧਾ ਆਖਿਆ ਮਹਾਰਾਜ ਆਪ ਜੀ ਨੇ ਸਮੁੱਚਾ ਉੱਤਰ ਦੇ ਦਿੱਤਾ ਹੈ, ਪਰ ਸਾਡੇ ਜਿੰਨੇ ਸਵਾਲ ਵਾ ਕੱਲੇ ਕੱਲੇ ਸਵਾਲ ਦਾ ਮਹਾਰਾਜ ਉੱਤਰ ਦਿਓ ਜੀ। ਸਾਡੇ ਕੱਲੇ ਕੱਲੇ ਪ੍ਰਸ਼ਨ ਦਾ ਮਹਾਰਾਜ ਉੱਤਰ ਦਿਓ, ਕੱਲੇ ਕੱਲੇ ਸਵਾਲ ਦਾ ਜਵਾਬ ਦਿਓ, ਫਿਰ ਸਾਡੇ ਮਨ ਦੀ ਤਸੱਲੀ ਹੋਵੇ। ਤਾਂ ਸਿੱਧਾਂ ਦਾ ਪਹਿਲਾ ਸਵਾਲ ਸੀ ਪਿਛਲੀ ਪੌੜੀ ਦੇ ਵਿੱਚ, ਰੰਗ ਨਾ ਰਾਤਾ। ਤਾਂ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਆ, ਗੁਰ ਪ੍ਰਸਾਦੀ ਰੰਗੇ ਰਾਤਾ। ਇਹ ਸਿੱਧੋ ਜਿਹਦੇ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ ਨਾ, ਉਹਨੂੰ ਇਹ ਨਾਮ ਦਾ ਰੰਗ ਚੜ੍ਹਦਾ ਹੈ। ਗੁਰੂ ਕੀ ਕਿਰਪਾ ਵਾਲਾ ਰੰਗੇ ਰਾਤਾ, ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਰਾਤਾ ਰਹਿੰਦਾ ਹੈ, ਰੰਗਿਆ ਰਹਿੰਦਾ ਹੈ। ਜਿਹਦੇ ਉੱਤੇ ਗੁਰੂ ਕੀ ਕਿਰਪਾ ਹੋਵੇ ਨਾ, ਗੁਰੂ ਕੀ ਕਿਰਪਾ ਦੇ ਨਾਲ ਇਹ ਰੰਗ ਚੜ੍ਹਦਾ ਹੈ। ਨਾਮ ਦਾ ਰੰਗ, ਮਜੀਠੀ ਰੰਗ, ਪੱਕਾ ਰੰਗ। ਜਿਸ ਰੰਗ ਨੂੰ ਆਖਿਆ ਹੈ ਵੀ ਜਿਸ ਨੂੰ ਇਹ ਰੰਗ ਲੱਗ ਜਾਵੇ ਉਹ ਸੂਰਮਾ ਬਣ ਜਾਂਦਾ, ਸੂਰਮਾ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਹਦਾ ਪੂਰਾ ਸਤਿਗੁਰੂ ਹੈ ਉਹ ਫਿਰ ਇਸ ਰੰਗ ਦੇ ਵਿੱਚ ਰੰਗਿਆ ਜਾਂਦਾ। ਉਹ ਫਿਰ ਮਨ ਨੂੰ ਜਿੱਤਦਾ ਹੈ, ਉਹ ਇੰਦਰੀਆਂ ਨੂੰ ਜਿੱਤਦਾ ਹੈ, ਤੇ ਫਿਰ ਉਹ ਅੰਦਰਲੇ ਦੁਸ਼ਮਣਾਂ ਦੇ ਉੱਤੇ ਵੀ ਫਤਿਹ ਪਾਉਂਦਾ ਹੈ ਤੇ ਬਾਹਰਲੇ ਦੁਸ਼ਮਣਾਂ ਉੱਤੇ ਵੀ ਫਤਿਹ ਪਾਉਂਦਾ ਹੈ।
ਤਾਂ ਐਸੇ ਹੀ ਸਨ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਅੱਜ ਸ਼ਹਾਦਤ ਦਾ ਦਿਨ ਹੈ। ਜਦੋਂ ਮਾਧੋ ਦਾਸ ਬੈਰਾਗੀ ਦੇ ਰੂਪ ਦੇ ਵਿੱਚ ਗੋਦਾਵਰੀ ਦੇ ਕੰਢੇ ਤੇ ਤਪ ਕਰ ਰਹੇ ਸੀ ਨਾ, ਔਗਣਨਾਥ ਜੋਗੀ ਦੀ ਵੀ ਸੰਗਤ ਹੋਈ ਉਹਨਾਂ ਨੂੰ, ਪਹਿਲਾਂ ਜਾਨਕੀ ਦਾਸ ਦੀ ਵੀ ਸੰਗਤ ਹੋਈ, ਇੱਕ ਰਮਦਾਸ ਵੈਸ਼ਨੂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੀ ਸੰਗਤ ਵੀ ਹੋਈ। ਤਾਂ ਵੈਸ਼ਨੂ ਮਤ ਨੂੰ ਧਾਰਨ ਕਰਕੇ ਫਿਰ ਔਗਣਨਾਥ ਜੋਗੀ ਦੀ ਸੰਗਤ ਕਰਕੇ, ਮੰਤਰਾਂ ਦੇ ਜਾਪ ਕਰਕੇ, ਛਿਲੇ ਕੱਢ ਕੇ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ, ਵੀਰ ਕਾਬੂ ਕੀਤੇ। ਤਾਂ ਉਸ ਥਾਂ ਦੇ ਉੱਤੇ ਬੈਠੇ ਹੋਏ ਤਪ ਕਰਦੇ, ਜਦੋਂ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਦੀ ਧਰਤੀ ਤੇ ਪਹੁੰਚਦੇ ਆ, ਉਹ ਗੋਦਾਵਰੀ ਦੇ ਕੰਢੇ ਤੇ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਦੇ ਵਿੱਚ ਜਾਂਦੇ ਆ, ਪਲੰਘੇ ਤੇ ਬੈਠਦੇ ਆ। ਪਹਿਲਾਂ ਬੜੇ ਯਤਨ ਕੀਤੇ ਜਾਂਦੇ, ਵੀਰਾਂ ਨੂੰ ਭੇਜਿਆ ਜਾਂਦਾ ਪਲੰਘਾ ਉਲਟਾਉਣ ਵਾਸਤੇ। ਮਹਾਰਾਜ ਉੱਤੇ ਬੈਠੇ ਆ, ਕਿਵੇਂ ਪਲੰਘਾ ਉਲਟਾਇਆ ਜਾ ਸਕਦਾ ਸੀ? ਫਿਰ ਆਪ ਚੱਲ ਕੇ ਆਏ, ਆਪ ਵੀ ਪੂਰਾ ਜ਼ੋਰ ਵਰਤਿਆ, ਮੰਤਰ ਰਿੱਧੀਆਂ ਸਿੱਧੀਆਂ, ਕੋਈ ਵਾਹ ਪੇਸ਼ ਨਾ ਗਈ। ਫਿਰ ਆ ਕੇ ਸ਼ਰਨੀ ਪਿਆ, ਨਮਸਕਾਰ ਕੀਤੀ ਤੇ ਬੇਨਤੀ ਕਰਕੇ ਜਦੋਂ ਨਮਸਕਾਰ ਕੀਤੀ, ਮੱਥਾ ਟੇਕਿਆ, ਮਾਧੋ ਦਾਸ ਨੇ ਬੇਨਤੀ ਕਰਕੇ ਪੁੱਛਦਾ ਕਿ ਮਹਾਰਾਜ ਆਪ ਕੌਣ? ਤੇ ਸਤਿਗੁਰੂ ਕਹਿੰਦੇ ਆ ਕਿ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਤੂੰ ਸਾਨੂੰ ਜਾਣਦਾ ਹੈ, ਤੂੰ ਸਾਨੂੰ ਜਾਣਦਾ ਹੈ। ਫਿਰ ਸੋਚ ਵਿਚਾਰ ਕੇ ਕਹਿਣ ਲੱਗਾ, ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਮਹਾਰਾਜ ਕਹਿੰਦੇ ਹਾਂ। ਤੇ ਸਤਿਗੁਰੂ ਕਹਿਣ ਲੱਗੇ, ਤੂੰ ਕੌਣ ਹੈ? ਆਪਣੇ ਬਾਰੇ ਵੀ ਦੱਸ। ਫਿਰ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਹੈ, ਮਹਾਰਾਜ ਮੈਂ ਤੁਹਾਡਾ ਬੰਦਾ। ਬੰਦਾ ਕਹਿੰਦੇ ਦਾਸ ਨੂੰ, ਬੰਦਾ ਕਹਿੰਦੇ ਗੁਲਾਮ ਨੂੰ, ਬੰਦਾ ਕਹਿੰਦੇ ਸੇਵਕ ਨੂੰ। ਮਹਾਰਾਜ ਮੈਂ ਆਪ ਜੀ ਦਾ ਬੰਦਾ। ਤੇ ਸਤਿਗੁਰੂ ਕਹਿੰਦੇ ਸਾਡਾ ਬੰਦਾ ਹੈ ਤੇ ਫਿਰ ਆਗਿਆ ਵਿੱਚ ਚੱਲ। ਫਿਰ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ। ਸਿੰਘਾਂ ਨੂੰ ਕਹਿ ਦਿੱਤਾ ਤੇ ਸਾਰੇ ਪਹਿਲਾਂ ਇਸ਼ਨਾਨ ਕਰਾਇਆ ਗਿਆ, ਕਿਉਂਕਿ ਉਸੇ ਰੋਹ ਰੀਤ ਵਿੱਚ ਪਹਿਲਾਂ ਰਹਿੰਦੇ ਸੀ ਨਾ, ਵਿਭੂਤੀ ਪਿੰਡੇ ਤੇ ਮਲਦੇ ਸੀ। ਜੜਾਵਾਂ ਵੀ ਸਨ, ਜੜਾਵਾਂ ਖੋਲੀਆਂ ਗਈਆਂ, ਕੇਸ ਸਵਾਰੇ ਗਏ, ਇਸ਼ਨਾਨ ਸੋਧਿਆ। ਫਿਰ 5 ਕਕਾਰੀ ਬਾਣਾ ਬਖਸ਼ ਕੇ 5 ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਤੇ ਮਹਾਰਾਜ ਨੇ ਫਿਰ ਆਪ ਨਾਮ ਰੱਖਿਆ। ਅੰਮ੍ਰਿਤ ਛਕਾ ਕੇ ਨਾਂ ਹੋਇਆ ਭਾਈ ਗੁਰਬਖਸ਼ ਸਿੰਘ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਹੈ ਜੋ, ਉਹ ਹੈ ਨਾਮ ਭਾਈ ਗੁਰਬਖਸ਼ ਸਿੰਘ। ਤੇ ਮਹਾਰਾਜ ਸਾਹਿਬ ਜੀ ਨੇ ਤਾਂ ਇਹ ਬੇਨਤੀ ਕੀਤੀ ਸੀ ਵੀ ਆਪ ਜੀ ਦਾ ਬੰਦਾ। ਤੇ ਸਤਿਗੁਰੂ ਕਹਿਣ ਲੱਗੇ ਵੀ ਇਹ ਨਾਂ ਹੀ ਪ੍ਰਸਿੱਧ ਹੋਵੇਗਾ ਪੰਥ ਵਿੱਚ, ਬੰਦਾ ਬਹਾਦਰ, ਬੰਦਾ ਸਿੰਘ ਬਹਾਦਰ। ਸਿੰਘ ਫਿਰ ਉਹ ਅੰਮ੍ਰਿਤ ਛਕ ਕੇ ਸਿੰਘ ਬਣੇ ਗੁਰੂ ਕੇ, ਤੇ ਬਹਾਦਰੀ ਵਾਲੇ ਉਹਨਾਂ ਨੇ ਕਾਰਜ ਕੀਤੇ, ਇਸ ਕਰਕੇ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਏ। ਗਰੀਬ ਨਵਾਜ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕਰਕੇ ਥਾਪੜਾ ਦੇ ਕੇ 5 ਤੀਰ ਬਖਸ਼ੇ, ਨਾਲ 5 ਸਿੰਘ ਆਖਿਆ ਇਹਨਾਂ 5 ਸਿੰਘਾਂ ਦੀ ਤਾਬਿਆ ਰਹਿਣਾ ਖਾਲਸੇ ਦੇ। 5 ਸਿੰਘਾਂ ਤੋਂ ਨਾਲ ਇਹਨਾਂ ਦੀ ਆਗਿਆ ਨਾਲ ਚੱਲਣਾ, ਇਹਨਾਂ ਨਾਲ ਸਲਾਹ ਕਰਨੀ। ਤੇ ਆ ਜਿਹੜੇ ਪੰਜਾਬ ਦੀ ਧਰਤੀ ਉੱਤੇ ਜ਼ਾਲਮ ਲੋਕ, ਇਹਨਾਂ ਨੂੰ ਸੋਧਾ ਲਾਉਣਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ। ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਮਾਰਨਾ, ਜਿਨੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਆ ਸਮਾਣੇ ਦੇ ਜ਼ਾਲਮਾਂ ਨੂੰ ਸੁੱਧਣਾ ਹੈ, ਆ ਸਢੌਰੇ ਦੇ ਜ਼ਾਲਮਾਂ ਨੂੰ ਸੁੱਧਣਾ ਹੈ, ਜਿਨ੍ਹਾਂ ਨੇ ਸਾਡੇ ਪਿਆਰੇ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ। ਹੋਰ ਵੀ ਲਿਸਟ ਬਣਾ ਕਰਕੇ ਦਿੱਤੀ, ਲਿਖ ਕੇ ਦਿੱਤੇ ਨਾਂ। ਮਹਾਰਾਜ ਸਾਹਿਬ ਜੀ ਨੇ ਨਿਸ਼ਾਨ ਬਖਸ਼ਿਆ, ਨਗਾਰਾ ਬਖਸ਼ਿਆ, ਸਿੰਘ ਨਾਲ ਬਖਸ਼ਿਸ਼ ਕੀਤੇ। ਮਾਝੇ ਮਾਲਵੇ ਦੁਆਬੇ ਵੱਲ ਨੂੰ ਹੁਕਮਨਾਮੇ ਲਿਖ ਕੇ ਭੇਜੇ। ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਦੇ ਨਾਲ ਨੰਦੇੜ ਦੀ ਧਰਤੀ ਤੋਂ ਹਜੂਰ ਸਾਹਿਬ ਤੋਂ ਚੱਲੇ
ਪੰਜਾਬ ਦੀ ਧਰਤੀ ਤੇ ਆ ਕਰਕੇ ਉਹਨਾਂ ਨੇ ਸਾਰੇ ਜ਼ਾਲਮਾਂ ਨੂੰ ਸੋਧੇ ਲਾਏ। ਸਮਾਣਾ, ਸਢੌਰਾ ਤੇ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਮਾਰਿਆ। ਜਿੱਥੇ ਬਾਬਾ ਜੀ ਦਾ ਸਥਾਨ ਸੋਭਨੀਕ, ਉੱਥੇ ਗੁਰਦੁਆਰਾ ਸਾਹਿਬ ਵੀ ਸੋਭਨੀਕ ਹੈ, ਤਾਂ ਹੋਰ ਵੀ ਯਾਦਗਾਰ ਉੱਥੇ ਬਣਾਈ ਹੋਈ ਹੈ ਬਾਬਾ ਜੀ ਦੀ ਯਾਦ ਦੇ ਵਿੱਚ। ਚੱਪੜਚਿੜੀ ਦੇ ਮੈਦਾਨ ਦੇ ਵਿੱਚ ਸਰਹੰਦ ਦੇ ਸੂਬੇ ਨੂੰ ਮਾਰਨਾ ਕੀਤਾ। ਉੱਥੋਂ ਸਰਹੰਦ ਪਹੁੰਚੇ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਹੈ। ਫਿਰ ਨਿਸ਼ਾਨ ਸਾਹਿਬ ਚਲਾਏ, ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਕਾਇਮ ਕੀਤੇ। ਸਰਹੰਦ ਦੀ ਥਾਂ ਤੇ ਫਿਰ ਬਾਬਾ ਫਤਿਹ ਸਿੰਘ ਜੀ ਦੇ ਨਾਮ ਉੱਤੇ ਸ੍ਰੀ ਫਤਿਹਗੜ੍ਹ ਸਾਹਿਬ ਨਾਮ ਰੱਖਿਆ। ਖਾਲਸਾ ਰਾਜ ਕਾਇਮ ਕੀਤਾ, ਸਿੱਕਾ ਚਲਾਇਆ ਤੇ ਸਿੱਕੇ ਉੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਰੱਖੇ। ਨਾਮ ਲਿਖ ਕਰਕੇ ਸਿੱਕਾ ਜਾਰੀ ਕੀਤਾ, ਆਪਣੇ ਨਾਮ ਦਾ ਨਹੀਂ, ਗੁਰੂ ਸਾਹਿਬਾਂ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਪ ਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ। ਇਹ ਅੱਖਰ ਸਨ ਸਿੱਕੇ ਦੇ ਉੱਤੇ, ਇਹ ਮੋਹਰ ਦੇ ਉੱਤੇ ਅੱਖਰ ਸਨ। ਫਿਰ ਇਸੇ ਤਰ੍ਹਾਂ ਜਿਹੜੇ ਲੋਕ ਜ਼ਮੀਨਾਂ ਵਾਹੁੰਦੇ ਸੀ, ਸਿਰਫ ਉਹ ਵਾਹੁੰਦੇ ਹੀ ਸਨ, ਫਸਲਾਂ ਬੀਜਦੇ ਸੀ ਤੇ ਫਸਲਾਂ ਸਾਰੀਆਂ ਉਹ ਸਰਕਾਰ ਲੈ ਜਾਂਦੀ ਸੀ। ਉਹ ਮੁਜਾਰੇ ਸਨ, ਸਿਰਫ ਫਸਲਾਂ ਸਾਂਭਣ ਵਾਲੇ ਹੀ ਸਨ। ਬਾਬਾ ਜੀ ਨੇ ਫਿਰ ਹੁਕਮ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਵੀ ਜਿਹੜੀਆਂ ਕੋਈ ਜ਼ਮੀਨਾਂ ਵਾਹੁੰਦਾ ਹੈ ਉਹਦਾ ਉਹ ਮਾਲਕ ਹੈ। ਇਹ ਜ਼ਮੀਨਾਂ ਦੀ ਮਾਲਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਸਾਨੂੰ। ਜ਼ਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸਾਨੂੰ। ਫਿਰ ਇਸੇ ਤਰ੍ਹਾਂ ਸਮੇਂ ਦੇ ਨਾਲ ਸਾਧ ਸੰਗਤ ਜੀ, ਜਿੰਨਾ ਕੁ ਸਮਾਂ ਗੁਰੂ ਸਾਹਿਬਾਂ ਵੱਲੋਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ, ਦੁਸ਼ਟਾਂ ਨੂੰ ਸੋਧਿਆ ਤੇ ਸਭ ਪਰਜਾਂ ਨੂੰ ਸੁੱਖ ਦਿੱਤਾ। ਜਿੰਨਾ ਸਮਾਂ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ, ਫਿਰ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ, ਭਾਵੇਂ ਗੁਰੂ ਕੇ ਸਿੱਖ ਸੀ, ਭਾਵੇਂ ਹਿੰਦੂ, ਭਾਵੇਂ ਮੁਸਲਮਾਨ, ਜਿਹੜੇ ਜ਼ਾਲਮ ਸੀ ਉਹਨਾਂ ਨੂੰ ਸੋਧੇ ਲਾਏ। ਬਾਕੀ ਦੂਜਿਆਂ ਨੂੰ ਸਾਰਿਆਂ ਦੇ ਭਲੇ ਦੇ ਬਾਰੇ ਸੋਚਿਆ। ਔਰ ਸਮੇਂ ਦੇ ਨਾਲ ਫਿਰ ਬਾਬਾ ਜੀ ਨੂੰ ਘੇਰਾ ਪੈਣਾ। ਗੁਰਦਾਸਪੁਰ ਦੇ ਇਲਾਕੇ ਗੜੀ ਨੰਗਲ ਦੇ ਵਿੱਚ ਜੋ ਹਵੇਲੀ ਸੀ, ਉਸ ਹਵੇਲੀ ਵਿੱਚ ਉੱਥੇ ਵੀ ਫਿਰ ਡਟ ਕੇ ਮੁਕਾਬਲਾ ਕਰਨਾ। ਜਿਵੇਂ ਆਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਘੇਰਾ ਪਿਆ ਨਾ 8 ਮਹੀਨੇ ਤੱਕ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਫਰਕਸੀਅਰ ਬਾਦਸ਼ਾਹ ਦੀਆਂ ਫੌਜਾਂ ਨੇ 8 ਮਹੀਨੇ ਤੱਕ ਘੇਰਾ ਪਾ ਕੇ ਰੱਖਿਆ, ਇਹ ਗੁਰਦਾਸਪੁਰ ਗੜੀ ਨੰਗਲ ਦੇ ਵਿੱਚ। ਤੇ ਉਸ ਮੌਕੇ ਅੰਦਰ ਰਾਸ਼ਨ ਪਾਣੀ ਵੀ ਸਮਾਪਤ ਹੋ ਜਾਣਾ। ਉਸੇ ਤਰ੍ਹਾਂ ਦੀ ਹਾਲਤ ਜੋ ਆਨੰਦਪੁਰ ਸਾਹਿਬ ਸਿੰਘਾਂ ਦੀ ਹੋਈ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦੀ ਇੱਥੇ ਗੜੀ ਦੇ ਵਿੱਚ ਉਹ ਹਾਲਤ ਹੋਈ। ਰਾਸ਼ਨ ਸਭ ਸਮਾਪਤ ਹੋ ਜਾਣਾ। ਤਾਂ ਭੁੱਖੇ ਪਿਆਸੇ ਰਹਿ ਕਰਕੇ ਸਿੰਘ ਲੜਦੇ ਰਹੇ 8 ਮਹੀਨਿਆਂ ਤੱਕ। ਆਖਿਰਕਾਰ ਫਿਰ ਸਿੰਘਾਂ ਨੂੰ ਧੋਖੇ ਧੜੀ ਦੇ ਨਾਲ ਗ੍ਰਿਫਤਾਰੀ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਨਾਲ ਦੇ ਸਿੰਘ 740 ਸਿੰਘਾਂ ਦਾ ਜ਼ਿਕਰ ਆਉਂਦਾ, 740 ਸਿੰਘ ਨਾਲ ਗ੍ਰਿਫਤਾਰ ਕੀਤੇ ਗਏ। ਹੁਣ ਜਦੋਂ ਗ੍ਰਿਫਤਾਰ ਕਰਕੇ ਬੰਦੀ ਬਣਾ ਕੇ 740 ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵੱਲ ਨੂੰ ਲੈ ਕੇ ਜਾ ਰਹੇ ਆ, ਬਾਬਾ ਜੀ ਨੂੰ ਪਿੰਜਰੇ ਦੇ ਵਿੱਚ ਪਾਇਆ। ਉਹ ਪਿੰਜਰਾ ਹਾਥੀ ਦੇ ਉੱਤੇ ਰੱਖਿਆ ਹੋਇਆ ਹੈ, ਪਰ ਫਿਰ ਵੀ ਲਿਖਿਆ ਵੀ ਸਿਪਾਹੀ ਡਰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਸੀ ਤੇ ਨਾਲ ਖਲੋਤੇ ਹੋਏ ਜਿਹੜੇ ਸੀ ਪਹਿਰੇਦਾਰ, ਉਹ ਡਰਦੇ ਸੀ ਵੀ ਕਿਤੇ ਬਾਬਾ ਇਤਨਾ ਹੀ ਨਾ ਸਾਨੂੰ ਮਾਰ ਦੇਵੇ। ਪਿੰਜਰੇ ਵਿੱਚ ਕੈਦ ਵੀ ਐਸਾ ਵੀ ਉਹਨਾਂ ਦੇ ਮਨ ਵਿੱਚ ਭੈ ਬਣਿਆ ਸੀ ਕਿ ਇਹ ਬੜਾ ਬਲੀ ਬਹਾਦਰ ਹੈ, ਇਹਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਐਸੀਆਂ ਬਖਸ਼ਿਸ਼ਾਵਾਂ ਕਿਤੇ ਪਿੰਜਰਾ ਲੈ ਕੇ ਹੀ ਨਾ ਉੱਡ ਜਾਂਦਾ ਹੋਵੇ ਹਾਥੀ ਦੇ ਉੱਤੇ ਬਾਬਾ ਜੀ। ਫਿਰ ਸਿੰਘਾਂ ਨੂੰ ਜੋ ਕੈਦ ਕੀਤਾ, ਫਿਰ ਉਹਨਾਂ ਦੇ ਮਨ 'ਚ ਖਿਆਲ ਆਏ ਵੀ ਫਰਕਸੀਅਰ ਬਾਦਸ਼ਾਹ ਨੇ ਕਹਿਣਾ ਵੀ 8 ਮਹੀਨੇ ਤੱਕ ਤੁਸੀਂ ਸਿੰਘਾਂ ਦਾ ਮੁਕਾਬਲਾ ਕਰਦੇ ਰਹੇ ਹੋ, ਇੰਨੀਆਂ ਫੌਜਾਂ ਮਰਵਾ ਲੀਆਂ ਤੇ ਆ 740 ਸਿੰਘ ਗਿਣਤੀ ਦੇ ਲੈ ਕੇ ਆਏ ਜੇ ਗ੍ਰਿਫਤਾਰ ਕਰਕੇ। ਗਿਣਤੀ ਵਧਾਉਣ ਵਾਸਤੇ ਫਿਰ ਪੰਜਾਬ ਦੇ ਵਿੱਚੋਂ ਉਹਨਾਂ ਨੇ ਜਿਹੜੇ ਘਰਾਂ 'ਚ ਰਹਿਣ ਵਾਲੇ ਗ੍ਰਿਸ਼ਤੀ ਸਿੰਘ ਸੀ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਫਿਰ ਕਹਿੰਦੇ 700 ਗੱਡਾ ਸਿੰਘਾਂ ਦੇ ਸਿਰਾਂ ਦਾ ਹੋਰ ਲੱਦਿਆ ਉਹਨਾਂ ਨੇ।
700 ਗੱਡਾ, ਜਿਹਦੇ ਵਿੱਚ ਸਿੱਖ ਨੌਜਵਾਨ ਤੇ ਸਿੱਖ ਬੱਚੀਆਂ ਜਿਹੜੀਆਂ ਸੀ ਨੌਜਵਾਨ, ਉਹਨਾਂ ਦੇ ਵੀ ਸਿਰ ਵੱਢ ਵੱਢ ਕੇ ਉਹਨਾਂ ਗੱਡਿਆਂ ਦੇ ਉੱਤੇ ਲੱਦੇ ਵੀ ਬਾਦਸ਼ਾਹ ਨੂੰ ਕਵਾਂਗੇ ਵੀ ਇਹ ਹੈ ਤਾਂ ਸਿੰਘ ਹੀ ਆ, ਪਰ ਇਹ ਹਾਲੇ ਇਹਦੇ ਦਾੜੀ ਮੁੱਛਾਂ ਨਹੀਂ ਆਈਆਂ। ਤੋ ਇਸ ਤਰੀਕੇ ਦੇ ਨਾਲ ਗੱਡੇ ਲੱਦ ਕੇ ਫਿਰ ਜਿਹੜੇ ਸਿੰਘ ਕਤਲ ਕੀਤੇ ਘਰਾਂ ਚੋਂ ਫੜ ਫੜ ਕੇ, ਇਹਨੂੰ ਵੀ ਘੱਲੂ ਘਰ ਆਖਦੇ ਆ। ਉਂਝ ਬਹੁਤੇ ਨਹੀਂ ਇਹ ਵਿਚਾਰ ਕਰਦੇ, ਪਰ ਕੁਝ ਵਿਚਾਰਵਾਨ ਸਿੰਘ ਇਸ ਨੂੰ ਵੀ ਕਹਿੰਦੇ ਵੀ ਇਹ ਅਸਲ ਵਿੱਚ ਪਹਿਲਾ ਘੱਲੂ ਘਰ ਆ, ਇਸੇ ਨੂੰ ਮੰਨਣਾ ਚਾਹੀਦਾ ਵੀ ਏਡੀ ਵੱਡੀ ਕਤਲੇਆਮ ਹੋਈ। 700 ਗੱਡਾ ਸਿੰਘਾਂ ਦੇ ਸਿਰਾਂ ਦਾ ਕੋਈ ਥੋੜੀ ਗੱਲ ਨਹੀਂ ਹੁੰਦੀ। ਇਹ ਵੀ ਕਿੱਡਾ ਵੱਡਾ ਘੱਲੂ ਘਰ ਹੀ ਵਾਪਰਿਆ ਕੌਮ ਦੇ ਉੱਤੇ। ਘੱਲੂ ਘਾਰੇ ਦਾ ਅਰਥ ਹੁੰਦਾ ਹੈ ਤਬਾਹੀ, ਘੱਲੂ ਘਾਰੇ ਦਾ ਅਰਥ ਹੁੰਦਾ ਹੈ ਸਰਵਨਾਸ਼। ਜਿਵੇਂ ਵੱਡਾ ਘੱਲੂ ਘਾਰਾ, ਛੋਟਾ ਘੱਲੂ ਘਾਰਾ, ਦੋ ਘੱਲੂ ਘਾਰੇ ਉਹ ਗਿਣੇ ਜਾਂਦੇ ਆ, ਤੇ ਤੀਸਰਾ ਜੂਨ 1984 ਵਾਲਾ ਇਹਨੂੰ ਗਿਣਦੇ ਆ। ਪਰ ਕੁਝ ਵਿਚਾਰ ਪਹਿਲਾ ਘੱਲੂ ਘਾਰਾ ਇਸ ਨੂੰ ਹੀ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਤੇ ਪੰਜਾਬ ਦੀ ਧਰਤੀ ਤੇ ਜੋ ਉਸ ਮੌਕੇ ਤੇ ਕਤਲੇਆਮ ਹੋਇਆ, ਇਹ ਪਹਿਲਾ ਘੱਲੂ ਘਾਰਾ ਇਸ ਨੂੰ ਮੰਨਣਾ ਚਾਹੀਦਾ। ਇਸ ਤੋਂ ਬਾਅਦ ਵੱਡਾ ਘੱਲੂ ਘਾਰਾ, ਛੋਟਾ ਘੱਲੂ ਘਾਰਾ ਤੇ ਚੌਥਾ ਜੂਨ 84 ਵਾਲਾ। ਤੋ ਇਸ ਤਰੀਕੇ ਦੇ ਨਾਲ ਫਿਰ ਇਹ ਗੱਡੇ ਲੱਦ ਕਰਕੇ ਤੇ ਗੱਡਿਆਂ ਦੇ ਅਗਲੇ ਪਾਸੇ ਸਭ ਤੋਂ ਬਾਬਾ ਬੰਦਾ ਸਿੰਘ ਬਹਾਦਰ ਹਾਥੀ ਦੇ ਉੱਤੇ ਕੈਦ ਕੀਤੇ ਹੋਏ ਆ। ਉਹਨਾਂ ਤੋਂ ਅੱਗੇ ਕਹਿੰਦੇ ਵੀ ਕੁਝ ਸਿੰਘਾਂ ਦੇ ਸਿਰ ਉਹ ਬਰਸ਼ਿਆਂ ਤੇ ਟੰਗੇ ਹੋਏ ਸੀ ਸਿਪਾਹੀਆਂ ਨੇ ਅਗਲੇ ਪਾਸੇ, ਤੇ ਸਿੰਘਾਂ ਦੇ ਲੰਮੇ ਲੰਮੇ ਕੇਸ ਜਿਹੜੇ ਸੀ ਉਹ ਥੱਲੇ ਨੂੰ ਲਮਕ ਰਹੇ ਸਨ, ਕਿਉਂਕਿ ਕੱਟੇ ਹੋਏ ਜਿਹੜੇ ਸਿਰ ਸੀ ਉਹ ਬਰਸ਼ਿਆਂ ਤੇ ਟੰਗੇ ਹੋਏ ਬਾਬਾ ਜੀ ਦੇ ਅਗਲੇ ਪਾਸੇ। ਤਾਂ ਉਸ ਮੌਕੇ ਤੇ ਐਸਾ ਜ਼ਿਕਰ ਹੈ, ਫਿਰ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਾ ਕਰਕੇ ਫੇਰਿਆ, ਲੋਕ ਤਰਾਹ ਤਰਾਹ ਕਰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਲ ਇਸ ਤਰੀਕੇ ਨਾਲ ਬਾਕੀ ਸਿੰਘਾਂ ਨੂੰ ਦਿੱਲੀ ਦੀਆਂ ਗਲੀਆਂ ਦੇ ਵਿੱਚ ਫੇਰਿਆ ਗਿਆ। ਫਿਰ ਜਾ ਕਰਕੇ ਜਿੱਥੇ ਫਰਕਸੀਅਰ ਸੀ ਉੱਥੇ ਲੈ ਕੇ ਗਏ, ਕੈਦ ਕੀਤੇ ਗਏ ਸਾਰੇ ਸਿੰਘ। ਤਾਂ ਫਿਰ ਫਰਕਸੀਅਰ ਬਾਦਸ਼ਾਹ ਨੇ ਆਖਿਆ ਵੀ ਇਹਨਾਂ ਸਿੰਘਾਂ ਦੇ ਵਿੱਚੋਂ ਜਿੰਨੇ ਸਾਥੀ ਆ ਬੰਦਾ ਸਿੰਘ ਬਹਾਦਰ ਦੇ ਨਾਲ ਦੇ, ਇਹਨਾਂ ਨੂੰ ਪੁੱਛ ਲਓ ਜਿਹੜਾ ਤੇ ਇਸਲਾਮ ਧਾਰਨ ਕਰ ਲਵੇ, ਮੁਸਲਮਾਨ ਬਣ ਜਾਵੇ, ਕਲਮਾ ਪੜ੍ਹ ਲਵੇ, ਉਹਦੀ ਜਾਨ ਬਖਸ਼ ਦਿੱਤੀ ਜਾਵੇ, ਨਹੀਂ ਤੇ 100 ਜਾਣੇ ਦੀ ਲਾਈਨ ਲਵਾ ਲਓ ਤੇ ਸਿਰ ਵੱਢੀ ਜਾਓ ਇੱਕ ਪਾਸੇ। 100 ਜਾਣੇ ਨੂੰ ਖਿਲਾਰ ਲੈਂਦੇ ਸੀ, ਫਿਰ ਪੁੱਛਦੇ ਸੀ ਵੀ ਤੂੰ ਇਸਲਾਮ ਕਬੂਲ ਕਰਦਾ, ਮੁਸਲਮਾਨ ਬਣਨਾ ਚਾਹਣਾ? ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਸਾਥੀ ਉਹ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਆ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਸਾਨੂੰ ਸਿੱਖੀ ਜਾਣ ਤੋਂ ਪਿਆਰੀ ਹੈ। ਇਸ ਕਰਕੇ ਜਲਾਦ ਨੂੰ ਇਤਿਹਾਸ ਵਿੱਚ ਲਿਖਿਆ, ਜੋ ਉਸ ਮੌਕੇ ਤੇ ਮੁਸਲਮਾਨੀ ਲਿਖਾਰੀ ਸੀ ਨਾ, ਮੁਸਲਮਾਨ ਜਿਨ੍ਹਾਂ ਨੇ ਫਾਰਸੀ ਦੇ ਵਿੱਚ ਇਹ ਸਾਰਾ ਕੁਝ ਲਿਖਿਆ, ਉਹਦਾ ਫਿਰ ਉਲਥਾ ਗੁਰਮੁਖੀ ਦੇ ਵਿੱਚ ਗੁਰਮੁਖਾਂ ਨੇ ਕੀਤਾ ਹੈ। ਉਹਦੇ 'ਚ ਲਿਖਿਆ ਕਿ ਸਿੰਘ ਜਲਾਦ ਨੂੰ ਮੁਕਤੀ ਦਾਤੇ ਦੇ ਅੱਖਰ ਨਾਲ ਸੰਬੋਧਨ ਕਰਦੇ ਸੀ। ਕਹਿੰਦੇ ਮੁਕਤੀ ਦਾਤੇ ਤੂੰ ਸਾਡਾ ਸਿਰ ਧੜ ਤੋਂ ਵੱਖਰਾ ਕਰ, ਅਸੀਂ ਗੁਰੂ ਕੇ ਸਿੰਘ ਵਾਂ, ਇਹ ਖਿਆਲ ਹੀ ਨਾ ਕਰ ਵੀ ਅਸੀਂ ਮੁਸਲਮਾਨ ਹੋ ਜਾਵਾਂਗੇ। ਸਤਿ ਸ੍ਰੀ ਅਕਾਲ। ਵੀ ਇਹ ਖਿਆਲ ਨਾ ਕਰ, ਤੂੰ ਸਾਡਾ ਸਿਰ ਧੜ ਤੋਂ ਵੱਖਰਾ ਕਰ। ਤੇ ਇੱਕ ਦਿਨ ਵਿੱਚ 100 ਸਿੰਘ ਕਤਲ ਕੀਤਾ ਗਿਆ ਬਾਬਾ ਜੀ ਦੇ ਨਾਲ ਦੇ। 740 ਦੇ 40 ਜਿੰਨੇ ਵੀ ਸਿੰਘ ਸੀ, ਕਈਆਂ ਨੇ ਕੁਝ ਵੱਧ ਘੱਟ ਵੀ ਗਿਣਤੀ ਲਿਖੀ ਹੈ, ਜ਼ਿਆਦਾਤਰ 740 ਦਾ ਜ਼ਿਕਰ ਆਉਂਦਾ ਹੈ। ਜਿੰਨੇ ਸਿੰਘ ਸੀ ਸਾਰੇ ਸ਼ਹੀਦ ਕੀਤੇ ਗਏ, ਇੱਕ ਨੇ ਵੀ ਸਿੱਖੀ ਨਹੀਂ ਤਿਆਗੀ ਹੈ। ਜਿਵੇਂ ਸਾਧ ਸੰਗਤ ਜੀ ਰੂਹਾਨੀਅਤ ਦੇ ਵਿੱਚ ਪ੍ਰਭੂ ਦੇ ਪਿਆਰੇ ਭਗਤ ਸੰਤੋ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਆ, ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੇ ਮੇਰਾ ਨਾਉ ਜੀਓ। ਉੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ, ਉਹ ਵੀ ਰੂਹਾਨੀਅਤ ਵਿੱਚ ਤੇ ਸ਼ਹੀਦਾਂ ਦੀ ਲਿਸਟ ਦੇ ਵਿੱਚ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ। ਜਦੋਂ ਸ਼ਹੀਦਾਂ ਦਾ ਇਤਿਹਾਸ ਪੜ੍ਹਨੇ, ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲਾ ਸ਼ਹੀਦ, ਜਿਨ੍ਹਾਂ ਨੂੰ ਅਸੀਂ ਰੋਜ਼ ਸਵੇਰੇ ਸ਼ਾਮੀ ਅਰਦਾਸ ਵਿੱਚ ਯਾਦ ਕਰਦੇ ਹਾਂ। ਫਿਰ ਇੱਕ ਇਹ ਵੀ ਘਟਨਾ ਉਸ ਮੌਕੇ ਦੀ ਆਉਂਦੀ ਹੈ ਵੀ ਇੱਕ ਨੌਜਵਾਨ ਜਿਹਦਾ ਵਿਆਹ ਹੋਇਆ ਸੀ, ਆਨੰਦ ਕਾਰਜ ਹੋਇਆ ਸੀ, ਉਹ ਡੋਲਾ ਲੈ ਕੇ ਰਸਤੇ ਵਿੱਚ ਆ ਰਿਹਾ ਸੀ, ਉਸ ਨੂੰ ਫੜ ਲਿਆ ਗਿਆ, ਉਹਨੂੰ ਵੀ ਨਾਲ ਹੀ ਲੈ ਗਏ ਸਿੰਘ ਨੂੰ।
ਤੇ ਉਸ ਦੀ ਮਾਤਾ ਉਸ ਨੂੰ ਛਡਾਉਣ ਵਾਸਤੇ ਪਿੱਛੇ ਚਲੇ ਗਈ ਵੀ ਅੱਜ ਬੱਚੇ ਦਾ ਵਿਆਹ ਹੋਇਆ ਤੇ ਰਸਤੇ ਵਿੱਚ ਸਿਪਾਹੀਆਂ ਨੇ ਫੜ ਲਿਆ ਤੇ ਲੈ ਗਏ ਨੌਜਵਾਨ। ਜਾ ਕੇ ਫਰਕਸੀਅਰ ਦੇ ਕੋਲੇ ਕਿਸੇ ਤਰੀਕੇ ਨਾਲ ਤਰਲੇ ਮਿੰਨਤਾਂ ਕਰਕੇ ਉਹ ਮਾਈ ਪਹੁੰਚੀ। ਉਹਨੇ ਆਖਿਆ ਮੇਰਾ ਪੁੱਤਰ ਸਿਪਾਹੀ ਰਸਤੇ 'ਚ ਫੜ ਕੇ ਲੈ ਆਏ, ਉਹ ਸਿੱਖ ਨਹੀਂ ਹੈ ਤੇ ਮੇਰੇ ਪੁੱਤਰ ਦੀ ਜਾਨ ਬਖਸ਼ ਦਿੱਤੀ ਜਾਵੇ। ਫਰਕਸੀਅਰ ਨੇ ਆਖਿਆ ਵੀ ਇਹ ਮਾਈ ਨੂੰ ਨਾਲ ਲੈ ਜਾਓ ਤੇ ਇਹਦਾ ਪੁੱਤਰ ਜੇ ਕਤਲ ਨਾ ਹੋਇਆ ਤੇ ਇਹ ਮਾਤਾ ਨੂੰ ਮਿਲਾ ਕੇ ਤੇ ਉਹਨੂੰ ਵਾਪਸ ਇਹਦੇ ਨਾਲ ਭੇਜ ਦਿਓ। ਜਦੋਂ ਉੱਥੇ ਪਹੁੰਚ ਗਏ ਤੇ ਉਧਰੋਂ ਜਦੋਂ ਮਾਈ ਉੱਥੇ ਪਹੁੰਚੀ ਹੈ ਬੀਬੀ, ਤੇ ਉਹਦੀ ਵਾਰੀ ਆ ਗਈ ਹੈ ਕਤਲ ਹੋਣ ਦੀ। ਸਾਹਮਣੇ ਖਲੋਤਾ ਜਲਾਦ ਦੇ ਨੌਜਵਾਨ ਸਿੱਖ ਲੜਕਾ। ਇਹਨੇ ਆਖਿਆ ਵੀ ਇਹ ਮੇਰਾ ਪੁੱਤਰ ਹੈ ਤੇ ਇਹਨੂੰ ਛੱਡ ਦਿਓ, ਇਹ ਸਿੱਖ ਨਹੀਂ ਹੈ। ਪੁੱਛਿਆ ਸਿਪਾਹੀ ਨੇ ਵੀ ਕਾਕਾ ਤੂੰ ਸਿੱਖ ਨਹੀਂ ਹੈ ਤੇ ਤੂੰ ਆ ਜਾ ਇੱਧਰ, ਤੇਰੀ ਮਾਤਾ ਆਈ ਹੈ ਤੇਰੀ ਸਿਫਾਰਿਸ਼ ਲੈ ਕੇ। ਉਹਨੇ ਕਿਹਾ ਕੌਣ ਕਹਿੰਦਾ ਮੈਂ ਸਿੱਖ ਨਹੀਂ, ਮੈਂ ਸਿੱਖ ਹਾਂ, ਮੈਂ ਸਿੰਘ ਹਾਂ। ਆਖਿਆ ਤੇਰੀ ਮਾਤਾ ਆਖ ਰਹੀ ਹੈ। ਉਹਨੇ ਕਿਹਾ ਨਹੀਂ, ਇਹ ਮੇਰੀ ਮਾਂ ਹੀ ਨਹੀਂ ਹੈ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ। ਮੈਂ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ ਤੇ ਮੈਂ ਆਪਣੇ ਸਿੰਘਾਂ ਦੇ ਆਪਣੇ ਵੀਰਾਂ ਦੇ ਨਾਲ ਇਹਨਾਂ ਦੇ ਨਾਲ ਹੀ ਸੱਚਖੰਡ ਨੂੰ ਜਾਣਾ ਚਾਹੁੰਦਾ। ਮੇਰਾ ਵੀ ਤੁਸੀਂ ਸਿਰ ਧੜ ਤੋਂ ਵੱਖਰਾ ਕਰ ਦਿਓ, ਮੈਂ ਵਾਪਸ ਨਹੀਂ ਜਾਣਾ ਚਾਹੁੰਦਾ। ਸਤਿ ਸ੍ਰੀ ਅਕਾਲ। ਤਾਂ ਉਸ ਦੀ ਵੀ ਸ਼ਹਾਦਤ ਹੋਈ, ਉਹ ਮਾਂ ਵਾਪਸ ਆਈ। ਦੇਖੋ ਕੈਸੇ ਸੀ ਗੁਰੂ ਕੇ ਸਿੰਘ। ਫਿਰ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਆਪਾਂ ਨਾਲ ਨਾਲ ਇਹ ਗੁਰਬਾਣੀ ਦੀ ਵਿਚਾਰ ਵੀ ਬਾਬਾ ਜੀ ਦੇ ਜੀਵਨ ਤੇ ਢੁਕਦੀ ਹੈ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿ ਰਹੇ ਵੀ ਸਿੱਧਾ ਨੇ ਆਖਿਆ ਸੀ ਮਹਾਰਾਜ ਕਿਵੇਂ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਵੇ, ਤੇ ਜਗਤ ਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ ਰੰਗੇ ਰਾਤਾ। ਜਿਹਦੇ ਉੱਤੇ ਗੁਰੂ ਕੀ ਕਿਰਪਾ ਹੋਵੇ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ, ਉਹਨੂੰ ਐਸਾ ਰੰਗ ਚੜ ਜਾਂਦਾ, ਪੱਕਾ ਰੰਗ, ਮਜੀਠੀ ਰੰਗ। ਇੱਕ ਮਾਇਆ ਦਾ ਰੰਗ ਵਾ ਜਿਹਨੂੰ ਕੁਸੁੰਬੇ ਦਾ ਰੰਗ ਆਖਿਆ, ਉਹ ਕੱਚਾ ਰੰਗ। ਇੱਕ ਪੱਕਾ ਰੰਗ ਹੈ ਜਿਹੜਾ ਨਾਮ ਦਾ ਰੰਗ, ਉਹਨੂੰ ਮਜੀਠੀ ਰੰਗ ਆਖਿਆ। ਜਿਹੜਾ ਕੱਪੜੇ ਨੂੰ ਚੜ ਜਾਵੇ, ਜੋ ਦਰਖਤ ਦੀਆਂ ਜੜ੍ਹਾਂ ਚੋਂ ਲਿਆ ਜਾਂਦਾ ਹੈ, ਉਹਨੂੰ ਮਜੀਠੀ ਰੰਗ ਆਖਿਆ, ਪੱਕਾ ਰੰਗ। ਬਸਤਰ ਪੁਰਾਣਾ ਹੋ ਜਾਵੇਗਾ, ਜਿੰਨੇ ਮਰਜ਼ੀ ਧੋ ਪਾਏ ਜਾਣ, ਕੱਪੜਾ ਪਾਟਦਾ ਜਾਵੇਗਾ, ਲੀਰੋ ਲੀਰ ਹੋ ਜਾਵੇਗਾ, ਪਰ ਰੰਗ ਨਹੀਂ ਲੈਂਦਾ। ਜਿਹੜਾ ਕੱਚਾ ਰੰਗ ਕਸੁੰਬੀ ਰੰਗ ਹੈ, ਉਹ ਪਹਿਲੇ ਧੋਣ ਵਾਲੀ ਡੱਬ ਖੜੱਬਾ ਹੋ ਜਾਂਦਾ, ਉਹ ਲੈ ਜਾਂਦਾ ਹੈ। ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਪਰ ਜਿਹੜਾ ਪੱਕਾ ਰੰਗ ਹੈ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਉਹ ਵਾਹਿਗੁਰੂ ਦੇ ਪ੍ਰੇਮ ਦਾ ਨਾਮ ਦਾ ਰੰਗ ਜਿਨ੍ਹਾਂ ਨੂੰ ਲੱਗ ਜਾਵੇ ਉਹ ਨਹੀਂ ਲੈਂਦਾ। ਰਕਸੀਅਰ ਨੇ ਪੁੱਛਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਹਿੰਦਾ ਤੁਸੀਂ ਕਿਹੜੀ ਮੌਤ ਤੇ ਮਰਨਾ ਚਾਹੁੰਦੇ? ਬੰਦਾ ਸਿੰਘਾ ਕਿਹੜੀ ਮੌਤ ਪ੍ਰਵਾਨ ਕਰਦਾ? ਤੇ ਬਾਬਾ ਜੀ ਚੌਂਕੜਾ ਲਾ ਕੇ ਐ ਬੇਖੌਫ ਬੈਠੇ ਚੜ੍ਹਦੀ ਕਲਾ ਵਿੱਚ। ਕਹਿੰਦੇ ਫਰਕਸੀਅਰ ਜਿਹੋ ਜੀ ਮੌਤ ਤੈਨੂੰ ਚੰਗੀ ਲੱਗਦੀ, ਜਿਹੜੀ ਮੌਤੇ ਤੂੰ ਮਰਨਾ ਚਾਹਣਾ ਉਸ ਮੌਤੇ ਮੈਨੂੰ ਮਾਰ। ਸਤਿ ਸ੍ਰੀ ਅਕਾਲ। ਤਾਂ ਉਸ ਮੌਕੇ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬਾਬਾ ਜੀ ਦਾ 4 ਸਾਲ ਦਾ ਪੁੱਤਰ ਕੁੰਵਰ ਅਜੈ ਸਿੰਘ, ਉਸ ਨੂੰ ਲੈ ਕਰਕੇ ਆਂਦਾ ਗਿਆ ਤੇ ਛੁਰਾ ਫੜਾਇਆ, ਬਾਬਾ ਬੰਦਾ ਸਿੰਘ ਦੇ ਸਾਹਮਣੇ ਕੀਤਾ। ਕਹਿਣ ਲੱਗਿਆ ਛੁਰੇ ਦੇ ਨਾਲ ਆਪਣੇ ਪੁੱਤਰ ਦਾ ਕਾਲਜਾ ਚੀਰ ਕਰਕੇ ਇਹਦਾ ਦਿਲ ਕੱਢੋ। ਕਹਿਣ ਲੱਗੇ ਤਾਂ ਮੇਰਾ ਪੁੱਤਰ ਹੈ, ਮੈਂ ਛੋਟੇ ਬੱਚਿਆਂ ਦੇ ਉੱਤੇ ਵਾਰ ਨਹੀਂ ਕਰਦਾ। ਬੱਚਾ ਭਾਵੇਂ ਦੁਸ਼ਮਣ ਦਾ ਵੀ ਕਿਉਂ ਨਾ ਹੋਵੇ, ਬੱਚਾ ਭਾਵੇਂ ਤੁਹਾਡਾ ਵੀ ਕਿਉਂ ਨਾ ਹੋਵੇ, ਮੈਂ ਤਾਂ ਉਹਦਾ ਵੀ ਕਾਲਜਾ ਨਹੀਂ ਚੀਰ ਸਕਦਾ। ਮੈਂ ਗੁਰੂ ਕਾ ਸਿੰਘ ਹਾਂ। ਆਖਰ ਉਹਨਾਂ ਨੇ ਬਾਬਾ ਜੀ ਦੇ ਸਾਹਮਣੇ ਬਾਬਾ ਜੀ ਦੇ 4 ਸਾਲ ਦੇ ਪੁੱਤਰ ਦਾ ਕਾਲਜਾ ਚੀਰਿਆ, ਦਿਲ ਕੱਢਿਆ ਤੇ ਜ਼ਬਰਦਸਤੀ ਬਾਬਾ ਜੀ ਦੇ ਮੁਖ ਵਿੱਚ ਪਾਉਣ ਦਾ ਯਤਨ ਕੀਤਾ। ਬਾਬਾ ਜੀ ਦੇ ਮੁਖ ਵਿੱਚ ਪਾਇਆ। ਅਖੀਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਮੂਰਾਂ ਦੇ ਨਾਲ ਖਿੱਚ ਦਿੱਤਾ ਗਿਆ। ਜਮੂਰਾਂ ਦੇ ਨਾਲ ਮਾਸ ਖਿੱਚਿਆ, 9 ਖਿੱਚੇ ਗਏ। ਇਸੇ ਤਰ੍ਹਾਂ ਐਸਾ ਵੀ ਇਤਿਹਾਸਕਾਰ ਲਿਖਦੇ ਬਾਬਾ ਜੀ ਦੀ ਸੱਜੀ ਲੱਤ ਫਿਰ ਖੱਬੀ ਲੱਤ ਇਹ ਵੀ ਵੱਢੀ ਗਈ, ਔਰ ਇਸੇ ਤਰ੍ਹਾਂ ਤੱਤੀਆਂ ਸਲਾਈਆਂ ਉਹਨਾਂ ਦੇ ਨੇਤਰਾਂ ਵਿੱਚ ਫੇਰ ਦਿੱਤੀਆਂ ਗਈਆਂ। ਦੋਵੇਂ ਨੇਤਰ ਜਿਹੜੇ ਸੀ ਉਹ ਕੱਢ ਦਿੱਤੇ ਗਏ। ਇਸ ਤਰੀਕੇ ਨਾਲ ਅਨੇਕਾਂ ਤਸੀਹੇ ਦੇ ਕਰਕੇ ਅੱਜ ਦੇ ਦਿਨ 1716 ਈਸਵੀ ਨੂੰ, ਅੱਜ ਤੋਂ 306 ਸਾਲ ਪਹਿਲਾਂ
46 ਸਾਲ ਦੀ ਉਮਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ, ਜਿਨ੍ਹਾਂ ਨੇ ਸਾਧ ਸੰਗਤ ਜੀ ਵੱਡੇ ਵੱਡੇ ਜ਼ਾਲਮਾਂ ਨੂੰ ਸੋਧੇ ਲਾਏ ਤੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਰਾਜ ਦੇ ਝੰਡੇ ਚੜਾਏ ਤੇ ਖਾਲਸਾ ਰਾਜ ਕਾਇਮ ਕੀਤਾ। ਉਹਨਾਂ ਦਾ ਕਾਇਮ ਕੀਤਾ ਹੋਇਆ ਰਾਜ ਹੀ ਬਾਅਦ ਵਿੱਚ ਮਿਸਲਾਂ ਬਣੀਆਂ। ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ 39 ਸਾਲ 40 ਸਾਲ ਦੇ ਲਗਭਗ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ। ਪਰ ਪਹਿਲਾਂ ਮੁੱਢ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਬੰਨਿਆ। ਤੋ ਐਸੇ ਸੂਰਬੀਰ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ, ਭਾਈ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਨਾਲ ਦੇ ਸੈਂਕੜੇ ਹਜ਼ਾਰਾਂ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਦੇ ਵਿੱਚੋਂ ਘਰਾਂ ਵਿੱਚੋਂ ਹੀ ਫੜ ਫੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ, ਉਹਨਾਂ ਸਾਰੇ ਸੂਰਬੀਰ ਬਹਾਦਰਾਂ ਸ਼ਹੀਦਾਂ ਨੂੰ ਨਮਸਕਾਰ ਹੈ, ਉਹਨਾਂ ਦੀ ਸ਼ਹਾਦਤ ਨੂੰ, ਜਿਨ੍ਹਾਂ ਦੇ ਉੱਤੇ ਗੁਰੂ ਕੀ ਕਿਰਪਾ ਹੋਈ ਤੇ ਗੁਰੂ ਕੀ ਕਿਰਪਾ ਦੇ ਨਾਲ ਉਹ ਗੁਰੂ ਕੇ ਸਿੱਖੀ ਰੰਗ ਦੇ ਵਿੱਚ ਰੰਗੇ ਗਏ, ਗੁਰੂ ਕੇ ਪ੍ਰੇਮ ਰੰਗ ਵਿੱਚ ਰੰਗੇ ਗਏ। ਉਹਨਾਂ ਨੂੰ ਉਹ ਰੰਗ ਲੱਗਾ ਜਿਸ ਨੂੰ ਮਹਾਰਾਜ ਨੇ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਐਸੇ ਸੂਰਬੀਰੋ ਬਹਾਦਰ ਗੁਰੂ ਕੇ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਿੱਧੋ ਜਿਹਦੇ ਤੇ ਗੁਰੂ ਕੀ ਕਿਰਪਾ ਹੋਵੇ ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਅੰਮ੍ਰਿਤ ਪੀਆ, ਤਾਂ ਜਿਸ ਵੇਲੇ ਅੰਮ੍ਰਿਤ ਪੀਤਾ ਫਿਰ ਸੱਚ ਦੇ ਵਿੱਚ ਮਸਤ ਹੁੰਦਾ ਹੈ ਜੀ। ਦੂਸਰਾ ਸਵਾਲ ਸੀ ਸਿੱਧਾਂ ਦਾ, ਰਸ ਨਹੀਂ ਮਾਤਾ, ਕਿ ਆਤਮਿਕ ਰਸ ਦੇ ਵਿੱਚ, ਪ੍ਰਭੂ ਦੇ ਨਾਮ ਰਸ ਦੇ ਵਿੱਚ ਮਸਤ ਨਹੀਂ ਹੋਇਆ ਜਾਂਦਾ। ਉਹ ਮਸਤੀ ਕਿਵੇਂ ਚੜੇ? ਮਹਾਰਾਜ ਕਹਿੰਦੇ ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਫਿਰ ਜੀਵ ਅੰਮ੍ਰਿਤ ਪੀਂਦਾ ਹੈ ਨਾ, ਤੇ ਅੰਮ੍ਰਿਤ ਪੀ ਕਰਕੇ ਫਿਰ ਸੱਚ ਦੇ ਵਿੱਚ ਮਸਤ ਹੋ ਜਾਂਦਾ ਹੈ, ਸੱਚੇ ਰਸ ਦੇ ਵਿੱਚ, ਸੱਚੀ ਮਸਤੀ ਦੇ ਵਿੱਚ ਮਸਤ ਹੋ ਜਾਂਦਾ ਹੈ। ਨਾਮ ਰਸਾਇਣ ਜੋ ਰਤੇ ਨਾਨਕ ਸਾਚੇ ਅਮਲੀ, ਉਹ ਸੱਚਾ ਅਮਲ ਦਾ, ਸੱਚੇ ਅਮਲ ਦੀ ਮਸਤੀ ਫਿਰ ਚੜ੍ਹਦੀ ਹੈ। ਮਹਾਰਾਜ ਨੇ ਆਖਿਆ ਇੱਕ ਤਾਂ ਆ ਸੰਸਾਰੀ ਅਮਲ ਹੈ ਨਾ, ਇਹ ਖੋਟਾ ਅਮਲ ਹੈ, ਇਹਨਾਂ ਦਾ ਤਿਆਗ ਕਰਵਾਇਆ ਹੈ। ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਇਹਦੇ ਨਾਲ ਤੇ ਮਤ ਕਮਲੀ ਹੋ ਜਾਂਦੀ ਹੈ। ਪਰ ਜਿਹੜੇ ਨਾਮ ਰਸ ਦੇ ਵਿੱਚ ਰਤੇ ਗਏ, ਰੰਗੇ ਗਏ, ਉਹਨਾਂ ਨੂੰ ਸੱਚਾ ਅਮਲ ਲੱਗਾ ਹੈ, ਨਾਮ ਦਾ ਅਮਲ, ਉਹ ਫਿਰ ਮਸਤੀ ਦੇ ਵਿੱਚ ਮਸਤ ਹੋ ਜਾਂਦੇ, ਉਹਨਾਂ ਨੂੰ ਸੱਚੀ ਮਸਤੀ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਪੀਆ ਸਾਚੇ ਮਾਤਾ, ਜਦੋਂ ਨਾਮ ਅੰਮ੍ਰਿਤ ਨੂੰ ਪੀਤਾ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ, ਉਹ ਫਿਰ ਦੂਜੇ ਤੀਜੇ ਦੀ ਵਿਚਾਰ ਨਹੀਂ ਕਰਦੇ, ਉਹ ਇੱਕ ਦੇ ਨਾਲ ਉਹਨਾਂ ਦੀ ਬਿਰਤੀ ਜੁੜ ਜਾਂਦੀ ਹੈ। ਉਹ ਫਿਰ ਸੱਚੇ ਨਾਮ ਰੰਗ ਦੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਹਨ। ਤੀਜਾ ਸਵਾਲ ਸੀ ਸਿੱਧਾਂ ਦਾ ਵੀ ਇਹ ਜੀਵ ਜਲ ਬਲ ਤਾਤਾ, ਇਹ ਜਲਦਾ ਬਲਦਾ ਰਹਿੰਦਾ ਹੈ, ਤੱਤਾ ਹੋਇਆ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ ਠੰਡ ਕਿਵੇਂ ਪਵੇ, ਇਹ ਅੱਗ ਕਿਵੇਂ ਦੂਰ ਹੋਵੇ? ਤਾਂ ਮਹਾਰਾਜ ਉਹਦਾ ਉੱਤਰ ਦਿੰਦੇ ਆ, ਕਹਿੰਦੇ ਗੁਰ ਵਿਚਾਰੀ, ਜੋ ਵਿਚਾਰਵਾਨ ਗੁਰੂ ਸਾਹਿਬਾਨ, ਗੁਰੂ ਸਾਹਿਬ ਦੀ ਵਿਚਾਰ ਨੂੰ ਵਿਚਾਰੇ, ਗੁਰੂ ਕੇ ਉਪਦੇਸ਼ ਦੀ ਵਿਚਾਰ ਕਰੇ, ਤਾਂ ਜੀਵ ਦੇ ਅੰਦਰੋਂ ਜਿਹੜੀ ਅਗਨੀ ਹੈ ਉਹ ਨਿਵਰਤ ਹੋ ਜਾਂਦੀ ਹੈ, ਅੱਗ ਦੂਰ ਹੋ ਜਾਂਦੀ ਹੈ। ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਮੋਹ ਹੰਕਾਰ ਦੀ ਅੱਗ, ਈਰਖਾ ਦੀ ਅੱਗ, ਇਸੇ ਤਰ੍ਹਾਂ ਹਉਮੈ ਦੀ ਵੀ ਅੱਗ ਹੈ, ਤ੍ਰਿਸ਼ਨਾ ਦੀ ਵੀ ਅੱਗ ਹੈ, ਜੋ ਲਟ ਲਟ ਬਲਦੀ ਪਈ ਹੈ ਤ੍ਰਿਸ਼ਨਾ ਦੀ ਅੱਗ। ਕਿੰਨੇ ਵੀ ਪਦਾਰਥ ਪ੍ਰਾਪਤ ਹੋ ਜਾਣ ਫਿਰ ਵੀ ਬੁਝਦੀ ਨਹੀਂ ਹੈ ਛੇਤੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁਝੀ ਹੈ। ਇਹ ਤ੍ਰਿਸ਼ਨਾ ਦੀ ਅੱਗ ਨਿਵਰਤ ਹੋ ਜਾਂਦੀ ਹੈ ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ ਤਾਂ। ਇਸੇ ਤਰ੍ਹਾਂ ਸਿੱਧਾ ਦਾ ਸਵਾਲ ਸੀ, ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਇਹ ਬਿੰਦ ਕਿਵੇਂ ਰੱਖਿਆ ਜਾਵੇ, ਜਤੀ ਕਿਵੇਂ ਬਣੀਏ, ਕਿਵੇਂ ਬਿੰਦ ਰੱਖਿਆ ਜਾ ਸਕਦਾ ਹੈ? ਤਾਂ ਮਹਾਰਾਜ ਸਾਹਿਬ ਕਹਿੰਦੇ ਅਪਿਓ ਪੀਓ, ਜੋ ਨਾਮ ਅੰਮ੍ਰਿਤ ਹੈ ਨਾ, ਉਸ ਅੰਮ੍ਰਿਤ ਨੂੰ ਪੀਣਾ ਕਰੇ, ਅੰਮ੍ਰਿਤ ਨੂੰ ਪੀਓ
ਫਿਰ ਆਤਮ ਸੁਖ ਪ੍ਰਾਪਤ ਹੋਵੇਗਾ। ਆਤਮ ਸੁਖ ਨੂੰ ਧਾਰਨ ਕਰਨ ਵਾਲੇ ਹੋ ਜਾਓਗੇ। ਜਦੋਂ ਆਤਮ ਸੁਖ ਆਤਮ ਆਨੰਦ ਪ੍ਰਾਪਤ ਹੋਵੇਗਾ, ਨਾਮ ਅੰਮ੍ਰਿਤ ਨੂੰ ਪੀਓਗੇ, ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਸਭ ਫੁਰਨੇ ਸਮਾਪਤ ਹੋ ਜਾਣਗੇ ਤੇ ਫਿਰ ਜਤੀ ਬਣ ਜਾਓਗੇ। ਫਿਰ ਬਿੰਦ ਵੀ ਰੱਖਿਆ ਜਾਵੇਗਾ। ਸੱਚ ਅਰਾਧਿਆ ਗੁਰਮੁਖ ਤਦ ਤਾਜੀ। ਇਹ ਸਿੱਧੋ ਜਿਹੜੇ ਗੁਰਮੁਖ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਏ ਆ, ਮੁਖੀ ਗੁਰੂ ਸਾਹਿਬ ਜੀ ਦਾ ਉਪਦੇਸ਼ ਜਿਨ੍ਹਾਂ ਨੇ ਲਿਆ, ਤਰ ਵਿਸ਼ੇਸ਼ ਕਰਕੇ ਤਾਰੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਲਈ ਹੈ, ਸਿੱਖਿਆ ਰੂਪੀ ਤਾਰੀ ਬੇੜੀ ਤੇ ਜੋ ਚੜੇ ਹਨ, ਉਹਨਾਂ ਨੇ ਫਿਰ ਸੱਚ ਅਰਾਧਿਆ, ਸੱਚ ਨੂੰ ਅਰਾਧਨਾ ਕੀਤਾ ਹੈ। ਪਰਮੇਸ਼ਰ ਵਾਹਿਗੁਰੂ ਜੀ ਨੂੰ ਸੱਚੇ ਨਾਮ ਦੁਆਰਾ ਸੱਚ ਨੂੰ ਅਰਾਧਨਾ ਕੀਤਾ। ਉਹ ਪਰਮੇਸ਼ਰ ਸੱਚ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦਾ ਸਰੂਪ ਵੀ ਸੱਚਾ ਹੈ। ਸੱਚ ਪਰਮੇਸ਼ਰ ਨਿਤ ਨਵਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਐਸਾ ਜੋ ਸੱਚ ਹੈ ਉਹ ਸੱਚ ਤਾਂ ਅਰਾਧਿਆ ਗਿਆ ਜਦੋਂ ਗੁਰਮੁਖ ਬਣੇ। ਫਿਰ ਵਿਸ਼ੇਸ਼ ਕਰਕੇ ਗੁਰੂ ਸਾਹਿਬ ਜੀ ਦੀ ਤਾਰੀ ਸਿੱਖਿਆ ਰੂਪੀ ਤਾਰੀ ਬੇੜੀ ਪ੍ਰਾਪਤ ਹੋਈ, ਉਹਦੇ ਤੇ ਚੜ੍ਹ ਕੇ ਫਿਰ ਸੰਸਾਰ ਭੌਜਲ ਤੋਂ ਤਰ ਜਾਈਦਾ ਹੈ। ਤੇ ਤਾਰੀ ਨਾਮ ਤਾੜੀ ਸਮਾਧੀ ਦਾ ਵੀ ਹੈ। ਜਦੋਂ ਗੁਰੂ ਕੀ ਸਿੱਖਿਆ ਪ੍ਰਾਪਤ ਹੋਈ, ਫਿਰ ਐਸੀ ਸਮਾਧੀ ਪ੍ਰਾਪਤ ਹੋਈ ਕਿ ਫਿਰ ਸੱਚ ਦੀ ਅਰਾਧਨਾ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਬਹੁਤੇ ਤਸੀਹੇ ਦੇ ਰਹੇ ਸਨ ਜ਼ਾਲਮ ਜਲਾਦ ਰਕਸੀਅਰ ਸਾਹਮਣੇ ਖਲੋਤਾ ਹੋਇਆ, ਤਾਂ ਐਸਾ ਲਿਖਿਆ, ਉਹ ਪੁੱਛਦਾ ਸੀ ਕਿ ਬੰਦਾ ਸਿੰਘਾ ਕਿਵੇਂ ਦਾ ਹੁਣ ਭਾਸਦਾ ਹੈ, ਕਿਵੇਂ ਦਾ ਪ੍ਰਤੀਤ ਹੁੰਦਾ ਹੈ, ਕਿ ਕਿੰਨਾ ਕੁ ਦੁੱਖ ਲੱਗਦਾ ਹੈ ਜਦੋਂ ਜਮੂਰਾਂ ਨਾਲ ਮਾਸ ਖਿੱਚਿਆ ਜਾ ਰਿਹਾ ਸੀ, ਤੱਤੀਆਂ ਸਲਾਈਆਂ ਨੇਤਰਾਂ ਵਿੱਚ ਫੇਰੀਆਂ ਜਾ ਰਹੀਆਂ ਸੀ। ਤਾਂ ਇਤਿਹਾਸਕਾਰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ ਸੀ ਕਿ ਜਿਵੇਂ ਕੋਈ ਕੋਠੇ ਦੇ ਵਿੱਚ ਬੈਠਾ ਹੋਇਆ, ਕੋਈ ਮਕਾਨ ਵਿੱਚ ਬੈਠਾ ਹੋਇਆ ਤੇ ਬਾਹਰੋਂ ਕੋਠੇ ਨੂੰ ਕੋਈ ਕੁੱਟੀ ਜਾਵੇ, ਕੋਈ ਮਾਰੀ ਜਾਵੇ, ਕੋਈ ਕੋਠੇ ਨੂੰ ਦੁੱਖ ਦੇਈ ਜਾਵੇ, ਤੇ ਅੰਦਰ ਬੈਠੇ ਹੋਏ ਨੂੰ ਕੀ ਹੋਣਾ ਹੈ। ਕਹਿੰਦੇ ਮੇਰੀ ਹਾਲਤ ਇਸ ਤਰ੍ਹਾਂ ਦੀ ਹੈ, ਮੇਰੀ ਅਵਸਥਾ ਇਸ ਤਰ੍ਹਾਂ ਦੀ ਹੈ, ਇਹ ਸਰੀਰ ਤੇ ਮੇਰਾ ਕੋਠਾ ਹੈ, ਮੈਂ ਤਾਂ ਸਰੀਰ ਤੋਂ ਨਿਆਰਾ ਹਾਂ, ਸਰੀਰ ਤੋਂ ਵੱਖਰਾ ਹਾਂ। ਆਤਮਾ ਤੀਕ ਪਹੁੰਚੇ ਹੋਏ, ਸਰੀਰ ਤੋਂ ਉੱਪਰ ਉੱਠੇ ਹੋਏ, ਕਹਿਣ ਲੱਗੇ ਮੈਂ ਤਾਂ ਸਰੀਰ ਤਾਂ ਮੇਰਾ ਕੋਠਾ ਹੈ, ਮੈਂ ਤਾਂ ਸਰੀਰ ਤੋਂ ਵੱਖਰਾ ਹਾਂ। ਇਸ ਕਰਕੇ ਤੁਸੀਂ ਤਾਂ ਮੇਰੇ ਕੋਠੇ ਨੂੰ ਕੁੱਟ ਰਹੇ ਹੋ। ਕੋਠੇ ਨੂੰ ਕੁੱਟਿਆ, ਵਿੱਚ ਬੈਠੇ ਹੋਏ ਨੂੰ ਕੀ ਹੋਵੇਗਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਐਸੀ ਉਹਨਾਂ ਗੁਰਮੁਖਾਂ ਨੂੰ ਐਸੀ ਸਮਾਧੀ ਪ੍ਰਾਪਤ ਹੋ ਜਾਂਦੀ, ਉਹ ਸਰੀਰ ਤੋਂ ਵੀ ਉੱਪਰ ਉੱਠ ਜਾਂਦੇ। ਸਰੀਰ ਦੇ ਦੁੱਖਾਂ ਸੁੱਖਾਂ ਤੋਂ, ਨਾ ਸਰੀਰ ਦੇ ਸੁੱਖਾਂ ਦਾ ਕੋਈ ਉੱਥੇ ਅਸਰ ਹੈ, ਨਾ ਸਰੀਰ ਦੇ ਦੁੱਖ ਦਾ ਹੀ ਕੋਈ ਉੱਥੇ ਅਸਰ ਹੈ। ਸਰੀਰ ਉਹਨਾਂ ਨੂੰ, ਸਰੀਰ ਨੂੰ ਕਸ਼ਟ ਦਿੱਤਾ ਜਾ ਰਿਹਾ, ਦੁੱਖ ਦਿੱਤਾ ਜਾ ਰਿਹਾ, ਸਰੀਰ ਦੇ ਉੱਤੇ ਔਖੀ ਘੜੀ ਹੈ, ਸੰਕਟ ਦੀ ਘੜੀ ਹੈ, ਪਰ ਉਹਨਾਂ ਨੂੰ ਇੰਨਾ ਉੱਚਾ ਚੁੱਕ ਦਿੱਤਾ ਗੁਰੂ ਸਾਹਿਬ ਜੀ ਨੇ। ਉਹਨਾਂ ਦੀ ਅਵਸਥਾ ਐਸੀ ਉੱਚੀ ਹੋ ਗਈ ਕਿ ਜਿੱਥੇ ਉਹਨਾਂ ਗੁਰਮੁਖਾਂ ਦਾ ਵਾਸਾ ਉੱਥੇ ਦੁੱਖ ਪਹੁੰਚਦਾ ਹੀ ਨਹੀਂ ਹੈ। ਉਹਨਾਂ ਨੂੰ ਇਹ ਦੁੱਖ ਵੀ ਸੌਖੀ ਪ੍ਰਤੀਤ ਹੁੰਦਾ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਸਰੀਰ ਕਰਕੇ ਔਖੀ ਘੜੀ ਹੈ, ਪਰ ਆਤਮਾ ਕਰਕੇ ਉਹ ਔਖੀ ਘੜੀ ਤੋਂ ਰਹਿਤ ਹਨ, ਪਰੇ ਹਨ। ਉਹਨਾਂ ਦੀ ਅਵਸਥਾ ਹੈ ਦੁੱਖ ਵਿੱਚ ਸੂਖ ਮਨਾਈ ਵਾਲੀ। ਦੁੱਖ ਵਿੱਚ, ਸਰੀਰ ਕਰਕੇ ਦੁੱਖ ਵਿੱਚ ਘਿਰੇ ਹੋਏ ਆ, ਪਰ ਅੰਦਰੋਂ ਉਹ ਇਸ ਦੁੱਖ ਤੋਂ ਵੀ ਨਿਆਰੀ ਆ, ਦੁੱਖ ਤੋਂ ਵੀ ਨਿਰਲੇਪ ਹੀ ਹਨ। ਤਾਂ ਐਸੀ ਉਹਨਾਂ ਨੂੰ ਸਮਾਧੀ ਜਿਹੜੀ ਪ੍ਰਾਪਤ ਹੋ ਗਈ, ਸਰੀਰ ਦੇ ਦੁੱਖ ਤੋਂ ਵੀ ਪਰੇ ਹੋ ਗਏ, ਜਿਨ੍ਹਾਂ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਤਰ ਵਿਸ਼ੇਸ਼ ਕਰਕੇ ਤਾਰੀ ਉਹਨਾਂ ਦੀ ਤਾੜੀ ਲੱਗ ਗਈ, ਸਮਾਧੀ ਲੱਗ ਗਈ ਗੁਰਮੁਖਾਂ ਦੀ। ਉਹਨਾਂ ਨੇ ਫਿਰ ਸੱਚ ਨੂੰ ਅਰਾਧਨਾ ਕੀਤਾ ਹੈ। ਮਹਾਰਾਜ ਕਹਿੰਦੇ ਹਨ ਕਿ ਕੋਈ ਜਿਹੜਾ ਐਸਾ ਵਿਚਾਰਵਾਨ ਹੈ ਨਾ, ਗੁਰੂ ਕੀ ਵਿਚਾਰ ਨੂੰ, ਇਸ ਨੂੰ ਬੁੱਝਦਾ ਹੈ, ਸਮਝਦਾ ਹੈ, ਫਿਰ ਉਸ ਨੇ ਇਹ ਪਵਨ ਨੂੰ ਸਾਧਨਾ ਕੀਤਾ ਹੈ। ਉਸ ਨੇ ਸਵਾਸਾਂ ਨੂੰ ਸਾਧਿਆ ਹੈ, ਸਵਾਸਾਂ ਨੂੰ ਸਫਲੇ ਕੀਤਾ। ਜਿਸ ਨੇ ਸੱਚ ਦੀ ਅਰਾਧਨਾ ਕੀਤੀ ਹੈ, ਉਹਦੇ ਹੀ ਸਵਾਸ ਸਾਧੇ ਗਏ, ਉਹਦੇ ਸਵਾਸ ਸਫਲੇ ਹੋਏ। ਸਿੱਧਾਂ ਦਾ ਸਵਾਲ ਸੀ,
ਮਹਾਰਾਜ ਕਹਿੰਦੇ ਬੂਝੈ ਕੋ ਵਿਚਾਰ। ਜਿਹੜਾ ਗੁਰੂ ਕੀ ਸ਼ਰਨ ਪੈਣ ਵਾਲਾ ਗੁਰਮੁਖ ਹੈ ਨਾ, ਇਸ ਵਿਚਾਰ ਨੂੰ ਉਹ ਕੋਈ ਕੋਈ ਗੁਰਮੁਖੀ ਬੁੱਝਦਾ ਹੈ। ਅੱਗੇ 64ਵੀਂ ਪੌੜੀ ਦੇ ਵਿੱਚ ਸਿੱਧ ਹੋਰ ਸਵਾਲ ਕਰਦੇ, ਕਹਿੰਦੇ ਜੀ ਇਹ ਮਨ ਮੈਗਲ ਹਾਥੀ ਦੀ ਤਰ੍ਹਾਂ ਹੈ, ਮਸਦੇ ਹੋਏ ਹਾਥੀ ਦੀ ਤਰ੍ਹਾਂ। ਕਹਾ ਬਸੀਅਲੇ, ਇਹ ਕਿੱਥੇ ਵਸਦਾ ਹੈ ਮਨ ਮੈਗਲ? ਜਿਵੇਂ ਮਸਤਿਆ ਹੋਇਆ ਹਾਥੀ ਉਹ ਕੋਮਲ ਚਿੱਤ ਰੂਪੀ ਕੇਲਿਆਂ ਨੂੰ ਤੋੜੀ ਜਾਂਦਾ। ਜਿਵੇਂ ਪ੍ਰਤੱਖ ਹਾਥੀ ਜਿਹੜਾ ਉਹ ਕੇਲਿਆਂ ਦੇ ਬਾਗ ਦੇ ਵਿੱਚ ਵੜ ਜਾਵੇ, ਕੇਲਿਆਂ ਦੇ ਖੇਤ ਵਿੱਚ ਵੜ ਜਾਵੇ ਤੇ ਕੇਲਿਆਂ ਨੂੰ ਸਹਿਜੇ ਤੋੜ ਕੇ ਰੱਖ ਦਿੰਦਾ। ਇਸੇ ਤਰ੍ਹਾਂ ਮਨ ਰੂਪੀ ਮਸਤਿਆ ਹਾਥੀ ਜਿਹੜਾ ਇਹ ਕੋਮਲ ਚਿੱਤ ਰੂਪੀ ਕੇਲਿਆਂ ਨੂੰ ਤੋੜੀ ਜਾਂਦਾ। ਫੁੱਲਾਂ ਦੀ ਬਗੀਚੀ ਵਿੱਚ ਵੜ ਜਾਵੇ, ਹਾਥੀ ਸਾਰਾ ਕੁਝ ਮਿੱਧ ਕੇ ਤੋੜ ਕੇ ਭੰਨ ਕੇ ਰੱਖ ਦਵੇਗਾ। ਇਸੇ ਤਰ੍ਹਾਂ ਇਹ ਮਨ ਰੂਪੀ ਹਾਥੀ ਜਿਹੜਾ ਹੈ ਇਹ ਰੋਜ਼ ਕਿੰਨਾ ਤੋੜਦਾ ਹੈ, ਸ਼ੁਭ ਗੁਣਾਂ ਨੂੰ ਤੋੜਦਾ ਹੈ, ਕੋਮਲ ਚਿੱਤ ਨੂੰ ਤੋੜਦਾ ਹੈ। ਤਾਂ ਇਹ ਜਿਹੜਾ ਚੰਚਲ ਮਨ ਹੈ, ਮਸਤੇ ਹੋਏ ਹਾਥੀ ਦੀ ਤਰ੍ਹਾਂ ਮਨ ਹੈ, ਇਹ ਕਿੱਥੇ ਵਸਦਾ ਹੈ? ਤੇ ਮਹਾਰਾਜ ਜਿਹੜੀ ਇਹ ਪਵਨ ਹੈ, ਸਵਾਸ ਹੈ, ਇਹ ਸਵਾਸ ਇਹ ਪੌਣ ਕਿੱਥੇ ਰਹਿੰਦੇ ਹਨ? ਇਹ ਪੌਣ ਕਿੱਥੇ ਵਸਦੀ ਹੈ? ਮਹਾਰਾਜ ਨੂੰ ਕਹਿੰਦੇ ਆ, ਹੇ ਅਦੂਤ ਸੁਧ ਰੂਪ ਸਾਧੂ, ਸੋ ਉਹ ਜਿਹੜਾ ਵਿਸ਼ੇਸ਼ ਬ੍ਰਹਮ ਹੈ, ਉਹ ਬ੍ਰਹਮ ਕਿੱਥੇ ਵਸਦਾ ਹੈ? ਸ੍ਰੇਸ਼ਟ ਬ੍ਰਹਮ ਪਰਮੇਸ਼ਰ ਕਿੱਥੇ ਵਸਦੇ ਹਨ? ਤੇ ਐਸਾ ਉਪਦੇਸ਼ ਦਿਓ, ਦੱਸੋ ਜਿਸ ਦੇ ਨਾਲ ਇਹ ਮਨ ਦੀ ਭਟਕਣਾ ਚੁੱਕੀ ਜਾਵੇ। ਐਸੀ ਸਿੱਖਿਆ ਦੱਸੋ, ਐਸਾ ਉਪਦੇਸ਼ ਦੱਸੋ, ਐਸਾ ਉੱਤਰ ਦਿਓ ਜਿਸ ਦੇ ਨਾਲ ਇਹ ਮਨ ਦਾ ਭਮਣਾ, ਮਨ ਦਾ ਭੌਣਾ, ਮਨ ਦਾ ਭੱਜਣਾ ਦੌੜਨਾ ਚੁੱਕਿਆ ਜਾਵੇ, ਨਿਵਰਤ ਹੋ ਜਾਵੇ। ਇਹ ਜੋ ਅਖੀਰਲਾ ਸਵਾਸ ਹੈ ਨਾ ਵੀ ਮਨ ਦਾ ਭੌਣਾ ਚੁੱਕਿਆ ਜਾਵੇ, ਇਹਦਾ ਤੇ ਨਾਲ ਹੀ ਉੱਤਰ ਦਿੰਦੇ ਆ ਮਹਾਰਾਜ ਸਾਹਿਬ। ਕਹਿੰਦੇ ਭਾਈ ਜਿਸ ਵੇਲੇ ਵਾਹਿਗੁਰੂ ਜੀ ਨਜ਼ਰ ਕਰਨ, ਪਰਮੇਸ਼ਰ ਦੀ ਨਜ਼ਰ ਹੋਵੇ ਤਾਂ ਸਤਿਗੁਰ ਮਿਲੇ, ਤਾਂ ਫਿਰ ਸੱਚੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਜੀਵ ਸੱਚ ਗੁਰੂ ਜੀ ਦੇ ਨਾਲ ਮਿਲਦਾ ਹੈ। ਤਾਂ ਫਿਰ ਸਿੱਧੋ ਨਿਜ ਘਰ ਦੇ ਵਾਸਾ, ਨਿਜ ਘਰ ਵਿੱਚ ਵਾਸਾ ਪਾਉਂਦਾ ਇਹ ਮਨ। ਫਿਰ ਹਿਰਦੇ ਰੂਪੀ ਘਰ ਦੇ ਵਿੱਚ ਅੰਤਰਮੁਖ ਇਹਦਾ ਵਾਸਾ ਪੈ ਜਾਂਦਾ ਹੈ। ਇਹ ਹਿਰਦੇ ਰੂਪੀ ਘਰ ਦੇ ਵਿੱਚ ਟਿਕਾ ਦੇ ਸਹਿਤ ਵਸ ਜਾਂਦਾ ਹੈ। ਇਹਦਾ ਭਮਣਾ ਭੌਣਾ ਭਜਣਾ ਦੌੜਨਾ ਮੁੱਕ ਜਾਂਦਾ ਹੈ। ਆਪੇ ਆਪ ਆਏ ਸਾ ਨਿਰਮਲ ਹੋਵੇ। ਜਿਸ ਵੇਲੇ ਗੁਰੂ ਕੀ ਕਿਰਪਾ ਹੋਵੇ, ਆਤਮਿਕ ਗਿਆਨ ਪ੍ਰਾਪਤ ਹੋਵੇ, ਤੇ ਫਿਰ ਆਪ ਹੀ ਆਤਮਿਕ ਗਿਆਨ ਦੁਆਰਾ ਆਪ ਨੂੰ ਇਹ ਖਾਣਾ ਕਰੇ, ਭਾਵ ਹੰਕਾਰ ਨੂੰ ਖਾਵੇ, ਹੰਕਾਰ ਨੂੰ ਖੈ ਕਰੇ, ਨਾਸ ਕਰੇ, ਤਾਂ ਫਿਰ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਤਾਂ ਸਿੱਧੋ ਫਿਰ ਧਾਵਤ ਜਿਹੜਾ ਧੌਂਦਾ ਫਿਰਦਾ ਭਜਦਾ ਫਿਰਦਾ ਨਾ ਮਨ, ਇਹ ਵਰਜਿਆ ਜਾਂਦਾ ਹੈ। ਫਿਰ ਵਰਜਿਆ ਹੋਇਆ ਰਹਾਏ ਰਹਿ ਜਾਂਦਾ ਹੈ, ਫਿਰ ਟਿਕ ਜਾਂਦਾ ਹੈ, ਥਿਰ ਹੋ ਜਾਂਦਾ ਹੈ। ਸਿੱਧਾਂ ਨੇ ਹੋਰ ਸਵਾਲ ਕਰ ਦਿੱਤੇ, ਕਹਿੰਦੇ ਜੀ ਮੂਲ ਰੂਪ ਜੋ ਪਰਮੇਸ਼ਰ ਹੈ ਉਹਨੂੰ ਕਿਵੇਂ ਪਛਾਣੇ ਤੇ ਆਤਮਾ ਨੂੰ ਕਿਵੇਂ ਜਾਣੇ? ਮਹਾਰਾਜ ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਸਮਾਵੇ? ਸਸ ਨਾਮ ਹੈ ਚੰਦਰਮਾ ਦਾ, ਸੂਰ ਨਾਮ ਹੈ ਸੂਰਜ ਦਾ। ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਸਮਾਵੇ? ਚੰਦਰਮਾ ਦਾ ਘਰ ਕੀ ਹੈ? ਰਾਤ। ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ ਹੈ ਨਾ, ਰਾਤ ਚੰਦਰਮਾ ਦਾ ਘਰ ਹੋਇਆ। ਫਿਰ ਰਾਤ ਤੋਂ ਕੀ ਹੈ? ਅਗਿਆਨ, ਅਵਿਦਿਆ, ਕਾਲੀ ਬੋਲੀ ਰਾਤ। ਤਾਂ ਇਸ ਰਾਤ ਦੇ ਵਿੱਚ ਭਾਵ ਅਵਿਦਿਆ ਦੇ ਵਿੱਚ ਤੇ ਗਿਆਨ ਰੂਪੀ ਸੂਰਜ ਦੀ ਕਿਵੇਂ ਸਮਾਈ ਹੋਵੇ? ਫਿਰ ਹਿਰਦਾ ਜੋ ਹੈ ਇਹ ਸੱਸ ਘਰ, ਜੋ ਅਗਿਆਨਤਾ ਦੇ ਸਹਿਤ ਹਿਰਦਾ ਹੈ, ਅਗਿਆਨਤਾ ਵਾਲਾ, ਅਵਿਦਿਆ ਵਾਲਾ, ਇਹਦੇ ਵਿੱਚ ਜੋ ਚੰਦ ਸੱਸ ਕਹੀਏ ਚੰਦਰਮਾ,
ਚੰਦਰਮਾ ਜੋ ਚੜਿਆ, ਵੈਰਾਗ ਦਾ ਚੰਦਰਮਾ ਚੜਿਆ, ਤੇ ਉਸ ਵੈਰਾਗ ਵਾਲੇ ਹਿਰਦੇ ਦੇ ਵਿੱਚ ਸੂਰਜ ਕਿਵੇਂ ਸਮਾਵੇ, ਵੀ ਗਿਆਨ ਦਾ ਸੂਰਜ ਕਿਵੇਂ ਪ੍ਰਕਾਸ਼ ਕਰੇ, ਕਿਵੇਂ ਬ੍ਰਹਮ ਗਿਆਨ ਹੋਵੇ, ਕਿਵੇਂ ਸੂਰਜ ਸਮਾਵੇ। ਗੁਰਮੁਖ ਹੋਵੇ ਜੋ ਹੋਵੇ। ਮਹਾਰਾਜ ਕਹਿੰਦੇ ਗੁਰਮੁਖ ਬਣੇ ਭਾਈ, ਗੁਰੂ ਕੀ ਸ਼ਰਨ ਪਵੇ, ਗੁਰਮੁਖ ਬਣ ਕੇ ਤੇ ਹਉਮੈ ਨੂੰ ਆਪਣੇ ਵਿੱਚੋਂ ਨਾਸ ਕਰੇ। ਤਾਉ ਨਾਨਕ ਸਹਿਜ ਸਮਾਵੈ। ਗਰੀਬ ਨਵਾਜ ਕਹਿੰਦੇ ਤਾਂ ਫਿਰ ਸਹਿਜੇ ਹੀ ਇਹ ਸਮਾ ਜਾਂਦਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ, ਤਾਂ ਸਹਿਜੇ ਹੀ ਫਿਰ ਇਹਦੀ ਸਮਾਈ ਹੁੰਦੀ ਹੈ। ਜੋ ਹੋਰ ਇਸ ਪੌੜੀ ਵਿੱਚ ਸਿੱਧਾ ਨੇ ਸਵਾਲ ਕੀਤੇ ਨਾ, ਉਹਦੇ ਜਵਾਬ ਅਗਲੀ ਪੌੜੀ ਵਿੱਚ ਉਹ ਵੀ ਕਰ ਲਈਏ ਨਾਲ 2-4 ਮਿੰਟਾਂ ਵਿੱਚ। ਸਿੱਧਾ ਦਾ ਸਵਾਲ ਸੀ ਵੀ ਇਹੋ ਮਨ ਮੈਗਲ ਕਹਾ ਬਸੀ ਵਾਲੇ, ਵੀ ਮਨ ਰੂਪੀ ਹਾਥੀ ਮਾਰੇ ਕਿੱਥੇ ਵਸਦਾ ਹੈ, ਉਹਦਾ ਉੱਤਰ ਦਿੰਦੇ ਆ 65ਵੀਂ ਪੌੜੀ 'ਚ। ਕਹਿੰਦੇ ਇਹੋ ਮਨ, ਇਹ ਜਿਹੜਾ ਮਨ ਰੂਪੀ ਹਾਥੀ ਹੈ ਨਾ, ਨਿਹਚਲ ਹਿਰਦੈ ਵਸੀ ਵਾਲੇ, ਇਹ ਨਿਹਚਲ ਹੋ ਕਰਕੇ ਹਿਰਦੇ ਦੇ ਵਿੱਚ ਵਸਦਾ ਹੈ। ਮਨ ਦਾ ਵਾਸਾ ਹਿਰਦੇ ਦੇ ਵਿੱਚ ਹੁੰਦਾ ਹੈ। ਸਿੱਧਾ ਨੇ ਆਖਿਆ ਸੀ ਮਹਾਰਾਜ ਆਪਣੇ ਮੂਲ ਨੂੰ ਕਿਵੇਂ ਪਛਾਣੇ, ਮੂਲ ਰੂਪ ਮੁੱਢ ਰੂਪ ਪਰਮੇਸ਼ਰ ਨੂੰ ਕਿਵੇਂ ਪਛਾਣੇ, ਇਹ ਸਵਾਲ ਸੀ ਸਿੱਧਾ ਦਾ। ਉਹਦਾ ਉੱਤਰ ਦਿੰਦੇ ਆ ਕਿਉਂ ਕਰ ਮੂਲ ਪਛਾਣੈ, ਜਿਹੜਾ ਆਖਿਆ ਸੀ ਕਿਉਂ ਮੂਲ ਪਛਾਣੈ ਆਤਮ ਜਾਣੈ, ਤਾਂ ਉਸ ਦਾ ਉੱਤਰ ਦਿੰਦੇ ਹਨ ਗੁਰਮੁਖ ਮੂਲ ਪਛਾਣ ਰਹੇ। ਜਿਹੜੇ ਗੁਰੂ ਕੀ ਸ਼ਰਨ ਪੈਂਦੇ ਗੁਰਮੁਖ ਹੁੰਦੇ ਆ, ਉਹ ਆਪਣੇ ਮੂਲ ਨੂੰ, ਆਪਣੇ ਮੁੱਢ ਨੂੰ, ਪਰਮੇਸ਼ਰ ਵਾਹਿਗੁਰੂ ਜੀ ਨੂੰ ਗੁਰੂ ਕੀ ਸ਼ਰਨ ਪੈ ਕੇ ਪਛਾਣ ਲੈਂਦੇ ਹਨ। ਫਿਰ ਸਿੱਧਾਂ ਦਾ ਇੱਕ ਸਵਾਲ ਸੀ ਵੀ ਇਹ ਪਵਨ ਕਿੱਥੇ ਰਹਿੰਦੀ ਹੈ, ਇਹ ਸਵਾਸਾਂ ਦਾ ਵਾਸਾ ਕਿੱਥੇ ਹੈ, ਤਾਂ ਮਹਾਰਾਜ ਕਹਿੰਦੇ ਨਾਭ, ਨਾਭੀ ਦੇ ਵਿੱਚ ਪਵਨ, ਜੋ ਨਾਭੀ ਰੂਪੀ ਘਰ ਹੈ ਨਾ, ਇਹਦੇ ਵਿੱਚ ਹੀ ਪਵਨ ਜਿਹੜੇ ਸਵਾਸ ਹੈ ਇਹ ਘਰ ਕਰਕੇ ਇਹ ਆਸਣ ਲਾ ਕੇ ਬੈਠੇ ਹੋਏ ਹਨ। ਭਾਵ ਨਾਭੀ ਰੂਪੀ ਘਰ ਦੇ ਵਿੱਚ ਸਵਾਸਾਂ ਦਾ ਵਾਸਾ ਹੈ। ਜਿਹੜਾ ਸਿੱਧੋ ਗੁਰਮੁਖ ਬਣਦਾ, ਗੁਰੂ ਕੀ ਸ਼ਰਨ ਪੈਂਦਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ ਹੈ, ਉਹ ਗੁਰੂ ਕੇ ਉਪਦੇਸ਼ ਦੇ ਨਾਲ ਖੋਜ ਕਰਦਿਆਂ ਆ ਤਤ ਦੀ ਪ੍ਰਾਪਤੀ ਕਰ ਲੈਂਦਾ, ਸਿਧਾਂਤ ਨੂੰ ਜਾਣ ਲੈਂਦਾ ਹੈ। ਸਿੱਧਾ ਨੇ ਆਖਿਆ ਸੀ ਬ੍ਰਹਮ ਦਾ ਵਾਸਾ ਕਿੱਥੇ ਹੈ, ਕਹਾਂ ਬਸੈ ਸੋ ਸ਼ਬਦੇ ਅਉਧੂ, ਇਹ ਸੀ ਸਵਾਲ। ਮਹਾਰਾਜ ਕਹਿੰਦੇ ਸੋ ਜੋ ਸ੍ਰੇਸ਼ਟ ਸ਼ਬਦ ਬ੍ਰਹਮ ਹੈ ਨਾ, ਉਹ ਨਿਰੰਤਰ ਇੱਕ ਰਸ ਨਿਜ ਘਰ ਆਸ਼ਾ ਹੈ। ਇਹ ਨਿਜ ਘਰ ਦੇ ਵਿੱਚ ਉਹਦਾ ਜੋ ਆਪਣਾ ਘਰ ਹੈ, ਸਾਰਾ ਸੰਸਾਰ ਹੀ ਉਹਦਾ ਨਿਜ ਘਰ ਹੈ, ਤੇ ਸਾਰੇ ਸੰਸਾਰ ਰੂਪੀ ਘਰ ਦੇ ਵਿੱਚ ਹੀ ਆਸ਼ਾ ਹੈ, ਉਹ ਹੈ ਉਹ ਸ਼ਬਦ ਜੋ ਬ੍ਰਹਮ ਹੈ, ਉਹ ਤਿੰਨਾਂ ਭਵਨਾਂ ਵਿੱਚ ਹੀ ਜੋਤੀ ਸਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਸਿੱਧੋ ਫਿਰ ਸਿੱਧਾ ਨੇ ਆਖਿਆ ਸੀ ਤ੍ਰਿਪਤੀ ਕਿਵੇਂ ਆਵੇ, ਰੱਜ ਕਿਵੇਂ ਪ੍ਰਾਪਤ ਹੋਵੇ। ਮਹਾਰਾਜ ਕਹਿੰਦੇ ਖਾਵੇ ਦੁੱਖ, ਦੁੱਖਾਂ ਨੂੰ ਖਾ ਜਾਵੇ, ਖੈ ਕਰ ਦਵੇ। ਕਿਵੇਂ ਖੈ ਕਰੇਗਾ, ਕਿਵੇਂ ਦੁੱਖਾਂ ਨੂੰ ਖਾਵੇਗਾ, ਭੂਖ ਸਾਚੇ ਕੀ, ਜਦੋਂ ਸੱਚੇ ਨਾਮ ਦੀ ਇਹਨੂੰ ਭੁੱਖ ਲੱਗ ਜਾਵੇਗੀ ਨਾ, ਸੱਚਾ ਨਾਮ ਜਪੇਗਾ, ਸੱਚੇ ਨਾਮ ਦੀ ਭੁੱਖ ਲੱਗ ਜਾਵੇਗੀ, ਫਿਰ ਦੁੱਖ ਖਾਧੇ ਜਾਣਗੇ। ਕਿਉਂਕਿ ਭੁੱਖ ਪ੍ਰਸ਼ਾਦੇ ਦੀ ਰੋਜ਼ ਲੱਗਦੀ, ਸਾਧ ਸੰਗਤ ਜੀ, ਪਿਆਸ ਪਾਣੀ ਦੀ ਰੋਜ਼ ਲੱਗਦੀ ਹੈ ਸਾਡੇ ਸਰੀਰ ਨੂੰ। ਪਰ ਮਹਾਰਾਜ ਕਹਿੰਦੇ ਸੰਗਤ ਕਰਦਿਆਂ, ਗੁਰੂ ਦਾ ਉਪਦੇਸ਼ ਪੜ੍ਹਦਿਆਂ ਸੁਣਦਿਆਂ, ਜਦੋਂ ਇਹ ਅਵਸਥਾ ਬਣ ਜਾਵੇ ਕਿ ਗੁਰੂ ਕੀ ਕਿਰਪਾ ਨਾਲ ਵੀ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਜਿਵੇਂ ਰੋਟੀ ਦੀ ਭੁੱਖ ਲੱਗੇ ਤੇ ਬੰਦਾ ਰੋਜ਼ ਯਤਨ ਕਰਦਾ, ਆਪਣੇ ਆਪ ਹੀ ਉਸ ਮੌਕੇ ਤੇ ਪ੍ਰਸ਼ਾਦਾ ਛਕਦਾ। ਤੇ ਜੇ ਨਾਮ ਦੀ ਅੰਦਰ ਭੁੱਖ ਲੱਗ ਜਾਵੇ, ਫਿਰ ਨਾਮ ਵੀ ਉਨੀ ਇੱਛਾ ਦੇ ਨਾਲ ਜਪੇਗਾ, ਉਹਨੇ ਪ੍ਰੇਮ ਦੇ ਨਾਲ ਜਪੇਗਾ, ਉਹਨੀ ਅੰਦਰ ਬੇਬਲਤਾ ਜਿਹੜੀ ਉਹ ਪੈਦਾ ਹੋਵੇਗੀ ਕਿ ਨਾਮ ਜਪੀਏ, ਨਾਮ ਦੀ ਭੁੱਖ ਲੱਗੀ ਹੋਈ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲਿਆ ਹੈ ਦੁੱਖ। ਜਦੋਂ ਸੱਚ ਦੀ ਭੁੱਖ ਲੱਗ ਜਾਵੇਗੀ, ਫਿਰ ਦੁੱਖ ਖਾਧੇ ਜਾਣਗੇ, ਭਾਵ ਖਤਮ ਹੋ ਜਾਣਗੇ। ਫਿਰ ਸੱਚੇ ਨਾਮ ਨੂੰ ਜਪ ਕੇ ਹੀ ਆਸਾਂ ਵੱਲੋਂ ਤ੍ਰਿਪਤ ਹੋ ਜਾਵੇਗਾ, ਤ੍ਰਿਪਤ ਹੋਇਆ ਰਹੇਗਾ। ਜੋ ਹੱਦ ਤੋਂ ਰਹਿਤ ਬਾਣੀ ਹੈ, ਉਹ ਗੁਰਮੁਖਾਂ ਨੇ ਜਾਣੀ, ਗੁਰੂ ਕੀ ਸ਼ਰਨ ਪੈਣ ਵਾਲਿਆਂ ਨੇ ਉਸ ਅਨਹਦ ਬਾਣੀ ਨੂੰ ਜਾਣਿਆ ਹੈ, ਜੋ ਇੱਕ ਰਸ ਬਾਣੀ ਦੀ ਰੌਂ ਹੈ। ਤੇ ਕੋਈ ਵਿਰਲਾ ਹੀ ਹੈ ਫਿਰ ਉਸ ਬਾਣੀ ਦੇ
ਤਾਈ ਜੋ ਪ੍ਰਾਪਤ ਕਰਦਾ ਹੈ ਉਸ ਦੀ ਸਮਝ ਹਾਸਲ ਕਰਦਾ ਹੈ। ਨਾਨਕ ਆਖੈ ਸਤ ਸੁਭਾਖੈ। ਮਹਾਰਾਜ ਸਾਹਿਬ ਜੀ ਕਹਿੰਦੇ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਖਦੇ ਆ ਕਿ ਜਿਹੜਾ ਭਾਈ ਸ੍ਰੇਸ਼ਟ ਭਾਵਨਾ ਦੇ ਨਾਲ ਸੱਚ ਦਾ ਉਚਾਰਨ ਕਰੇ, ਸੱਚ ਨੂੰ ਉਚਾਰੇ, ਸੱਚ ਰਤੈ ਰੰਗ ਤਬ ਹੋ ਨਾ ਜਾਵੇ। ਇਹ ਸਿੱਧੋ ਸੱਚੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਉਹਨੂੰ ਫਿਰ ਐਸਾ ਰੰਗ ਚੜ੍ਹਦਾ ਹੈ, ਐਸਾ ਆਨੰਦ ਪ੍ਰਾਪਤ ਹੁੰਦਾ ਹੈ। ਉਹ ਰੰਗ ਕਦੇ ਵੀ ਫਿਰ ਜਾਂਦਾ ਨਹੀਂ, ਉਹ ਰੰਗ ਕਦੇ ਵੀ ਲਹਿੰਦਾ ਨਹੀਂ। ਐਸਾ ਮਜੀਠੀ ਰੰਗ ਲੱਗ ਜਾਂਦਾ, ਐਸਾ ਪੱਕਾ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ। ਉਹ ਕਦੇ ਵੀ ਜਾਂਦਾ ਨਹੀਂ, ਕਦੇ ਵੀ ਲਹਿੰਦਾ ਨਹੀਂ ਹੈ। ਉਹ ਸੱਚੇ ਨਾਮ ਰੰਗ ਵਿੱਚ ਗੁਰਮੁਖ ਰੰਗਿਆ ਜਾਂਦਾ ਹੈ। ਇਥੋਂ ਤੀਕ ਸਾਧ ਸੰਗਤ ਜੀ 65 ਪੌੜੀਆਂ ਦੀ ਵਿਚਾਰ ਹੋਈ ਹੈ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਅਨਹਦ ਬਾਣੀ ਗੁਰਮੁਖ ਜਾਣੀ। ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ। ਸੱਚ ਰਪੈ ਰੰਗ ਕਬਹੂ ਨਾ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।